ਕੋਈ ਮਨ 'ਚ ਗੱਲ ਨਹੀਂ ਕਿ ਸਾਹਮਣੇ ਵਾਲਾ ਚਿਹਰਾ ਐਤਕੀ ਸੀਐਮ ਚਿਹਰਾ ਐਡਾ ਵੱਡਾ ਚਿਹਰਾ ਅਨਾਉਂਸ ਕੀਤਾ ਗਿਆ ਤਾਂ ਕਿਤੇ ਡਰ ਲੱਗ ਰਿਹਾ। ਕੀ ਉਹ ਮੈਂਬਰ ਪਾਰਲੀਮੈਂਟ ਦੀ ਆਪਦੀ ਮੈਂਬਰਸ਼ਿਪ ਛੱਡ ਕੇ ਧੂਰੀ ਲੜ ਰਹੇ ਨੇ? ਕਿ ਬਾਅਦ ਦੇ ਵਿੱਚ ਉਹ ਸਰਕਾਰ ਤਾਂ ਉਹਨਾਂ ਦੀ ਬਣਨੀ ਨਹੀਂ ਕਿ ਬਾਅਦ 'ਚ ਉਹ ਧੂਰੀ ਨੂੰ ਛੱਡ ਕੇ ਅਸਤੀਫਾ ਦੇ ਕੇ ਫਿਰ ਮੈਂਬਰ ਪਾਰਲੀਮੈਂਟ ਰਹਿਣਗੇ ਜੇ ਬਾਈ ਚਾਂਸ 1% ਉਹ ਜਿੱਤ ਗਏ? ਇਹ ਆਪਦਾ ਰਿਕਾਰਡ ਚੱਕ ਲਿਆਉਣ ਵੀ ਅਸੀਂ ਨੇ 7 ਸਾਲਾਂ 'ਚ ਧੂਰੀ ਨੂੰ ਕੀ ਦਿੱਤਾ ਤੇ ਮੈਂ 5 ਸਾਲਾਂ 'ਚ ਧੂਰੀ ਨੂੰ ਕੀ ਦਿੱਤਾ। ਜੇ ਮੇਰੀ ਗ੍ਰਾਂਟ ਦੇ ਬਰਾਬਰ ਇਹਨਾਂ ਦੀ ਗ੍ਰਾਂਟ 10% ਵੀ ਹੋਈ, 10 ਵੀ ਮੈਂ ਜ਼ਿਆਦਾ ਹੀ ਕਹੀ ਹੈ ਨਾ, ਮੈਂ ਕਹਿਣਾ ਮੈਂ ਇਲੈਕਸ਼ਨ ਵੀ ਨਹੀਂ ਲੜਦਾ। ਜੇ ਆਪਾਂ ਬੱਬੂ ਮਾਨ ਦੀ ਗੱਲ ਕਰੀਏ, ਬੱਬੂ ਮਾਨ ਦੇ ਤੁਸੀਂ ਵੀ ਬੜੇ ਚਹੀਤੇ ਹੋ, ਉੱਧਰੋਂ ਭਗਵੰਤ ਮਾਨ ਵੀ ਬਹੁਤ ਚਹੀਤੇ ਆ, ਤੁਹਾਨੂੰ ਕੀ ਲੱਗਦਾ ਐਤਕੀ ਕਿਹਦੇ ਨਾਲ ਖੜਨਗੇ? ਹੋ ਇੰਨੀ ਕੁ ਦੋਸਤੀ ਹੈਗੀ ਤੁਹਾਡੀ? ਪਹਿਲਾਂ ਨੇ ਗੀਤ ਜਿਹਾ ਚਲਾਇਆ ਸੀ ਨਾ ਤੇ ਵੀ ਉਹ ਜੱਟ ਦਬਦਾ ਕਿੱਥੇ ਆ, ਤੇ ਉਹਦਾ ਰਿਪਲਾਈ ਇੱਧਰ ਵੀ ਜੱਟ ਕੁੱਤੀ ਪਾਉਣ ਨੂੰ ਦੁਬਾਰੇ ਤਿਆਰ ਆ। 2014 ਚ ਲੋਕ ਸਭਾ ਇਲੈਕਸ਼ਨ ਉਹਨਾਂ ਨੇ ਫਾਈਟ ਕਰੀ ਆ, 2019 ਚ ਉਹਨਾਂ ਨੇ ਫਾਈਟ ਕਰੀ ਤੇ ਦੋਵੇਂ ਵਾਰ ਉਹ ਕਾਰ ਤੇ ਸਵਾਰ ਹੋ ਕੇ ਇੱਕ ਵਾਰ ਉਹਨਾਂ ਨੇ ਰਾਉਂਡ ਮਾਰਿਆ ਤੇ ਦੁਬਾਰਾ ਕਦੇ ਉਹ ਲੋਕਾਂ ਨੂੰ ਨਜ਼ਰ ਨਹੀਂ ਆਏ। ਕਿ ਪਿਛਲੇ 2014 ਤੋਂ ਹੁਣ 2022 ਆ ਗਈ, ਕਦੇ ਇੱਕ ਵੀ ਚੀਜ਼ ਦਾ ਫੀਤਾ ਕੱਟਿਆ ਹੋਵੇ ਭਗਵੰਤ ਮਾਨ ਸਾਹਿਬ ਨੇ, ਇੱਕ ਵੀ ਚੀਜ਼ ਦੀ ਇਨੈਗੋਰੇਸ਼ਨ ਕਰੀ ਹੋਵੇ ਉਹਨਾਂ ਨੇ ਕੁਝ ਨਹੀਂ ਕਰਿਆ। ਸੋ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕੋਈ ਵੀ ਮੁੱਦਾ, ਇਹ ਨਹੀਂ ਹੈਗਾ ਕਿ ਉਹ ਮੇਰੇ ਆਪੋਨੈਂਟ ਨੇ, ਇਹ ਮੈਂ ਇਸ ਕਰਕੇ ਨਹੀਂ ਗੱਲ ਕਰ ਰਿਹਾ, ਬਟ ਉਹਨਾਂ ਨੇ ਕਦੇ ਕੋਈ ਮੁੱਦਾ ਮੈਨੂੰ ਲੱਗਦਾ ਕਿ ਸੰਜੀਦਗੀ ਨਾਲ ਲਿਆ ਹੀ ਨਹੀਂ, ਕਿਸੇ ਤੇ ਗੱਲ ਕਰੀ ਹੀ ਨਹੀਂ। ਉਹਨਾਂ ਦਾ ਤਾਂ ਕਹਿਣਾ ਮੇਰੇ ਤੋਂ ਬਿਨਾ ਕੋਈ ਹੋਰ ਮੁੱਦੇ ਚੱਕਦਾ ਹੀ ਨਹੀਂ। ਤਾਂ ਸਾਰਿਆਂ ਨੂੰ ਪਤਾ ਵੀ ਕੌਣ ਚੱਕਦਾ ਜਾਂ ਕੌਣ ਨਹੀਂ ਚੱਕਦਾ। ਸਿਰਫ ਇੱਕ ਲੋਕ ਸਭਾ ਦੇ ਵਿੱਚ ਤੁਸੀਂ 1 ਜਾਂ 2 ਮਿੰਟ ਬੋਲ ਕੇ ਤੁਸੀਂ ਸਮਝਦੇ ਹੋ ਕਿ ਮੈਂ ਇੰਨੇ ਲੱਖ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਆ, ਮੇਰੀ ਡਿਊਟੀ ਖਤਮ ਹੋ ਗਈ? ਕੀ ਤੁਸੀਂ ਨੇ ਗਰਾਊਂਡ ਰਿਐਲਿਟੀ ਕਦੇ ਚੈੱਕ ਕਰੀ ਆ? ਕੀ ਕਦੇ ਜਿਹੜਾ ਤੁਸੀਂ ਨੇ ਪਿੰਡ ਗੋਦ ਲਿਆ ਹੋਇਆ ਸੀ, ਕਦੇ ਉਹਦੇ 'ਚ ਗੇੜਾ ਮਾਰਿਆ? ਕਿਹੜੀ ਮੁਹੱਲੇ ਦੇ ਵਿੱਚ, ਕਿਹੜੇ ਪਿੰਡ ਦੇ ਵਿੱਚ ਤੁਸੀਂ ਕਿਸੇ ਦੇ ਵਰਕਰ ਦੇ ਦੁੱਖ ਸੁੱਖ 'ਚ ਆਏ ਹੋ? ਤੁਸੀਂ ਕੀ ਵਿਕਾਸ ਕੀਤਾ ਆਪਣੇ ਇੱਥੇ ਏਰੀਆ 'ਚ? ਇਹ ਸਾਰੀਆਂ ਸੜਕਾਂ ਮੇਰੀ ਝੋਲੀ 'ਚ ਟੁੱਟੀਆਂ ਹੋਈਆਂ ਪਈਆਂ ਸੀ, ਜਿਹੜੇ ਮੁੱਖ ਮਾਰਗ ਸੀ, ਤੇ ਸ਼ੇਰਪੁਰ ਵਾਲਾ ਤਾਂ ਸਾਡੇ ਮੁੱਖ ਮਾਰਗ ਤੇ ਪੁਲ ਹੀ ਹੈ ਨਹੀਂ ਸੀ। ਇਹ ਚੀਜ਼ਾਂ ਦੇ ਉੱਪਰ, ਕਿਉਂਕਿ ਇਹ ਤਾਂ ਉਦੋਂ ਸਿਟਿੰਗ ਐਮਪੀ ਸੀਗੇ, ਫਿਰ ਇਹਨਾਂ ਨੂੰ ਲੋਕਾਂ ਨੇ ਦੁਬਾਰਾ ਜਿਤਾਇਆ, ਇਹਨਾਂ ਨੇ ਇੱਕ ਵੀ ਚੀਜ਼ ਲਈ ਹਾਂ ਦਾ ਨਾਰਾ ਮਾਰਿਆ। ਫਿਰ ਵੀ ਤੁਹਾਡੇ ਧੁਰੀ ਦੇ ਲੋਕ ਕਹਿ ਰਹੇ ਇੱਥੇ ਕੋਈ ਵਿਕਾਸ ਨਹੀਂ ਹੋਇਆ ਇੰਨੇ ਟਾਈਮ 'ਚ। ਕੱਲ੍ਹ ਨੂੰ ਮੇਰੇ ਪਿੰਡ ਚੱਲਦੇ ਆ ਪੁੰਨਾਲ, ਉੱਥੇ ਦੇਖਦੇ ਆ ਵੀ 2017 ਤੋਂ ਬਾਅਦ ਮੈਂ ਕੀ ਕਰਿਆ। ਆਪਾਂ ਸਤੌਜ ਚੱਲਦੇ ਆ, ਉੱਥੇ ਦੇਖਦੇ ਆ ਵੀ 2014 ਤੋਂ ਲੈ ਕੇ 2022 ਤੱਕ ਕੀ ਕਰਿਆ। ਪਿਛਲੀਆਂ ਇਲੈਕਸ਼ਨ ਇਹਨਾਂ ਨੇ ਐਡੇ ਵੱਡੇ ਬੋਰਡ ਲਾਏ, ਮਜੀਠੀਆ ਇਹ ਹੈ, ਮਜੀਠੀਆ ਉਹ ਹੈ, ਫਿਰ ਉਸ ਤੋਂ ਬਾਅਦ ਤੁਸੀਂ ਗਿੜਗੜਾ ਕੇ ਮਾਫੀ ਮੰਗ ਰਹੇ ਹੋ। ਮੌਕਾ ਵੈਸੇ ਹੀ ਲੱਗਦਾ। 38 ਬੰਦੇ ਤਾਂ ਇਹਨਾਂ ਨੇ ਇਹੋ ਜਿਹੀਆਂ ਟਿਕਟਾਂ ਦਿੱਤੀਆਂ ਨੇ ਜਿਹੜੇ ਸਾਡੇ ਤੋਂ ਜਾਂ ਦੂਸਰੀ ਪਾਰਟੀਆਂ ਤੋਂ ਵਿਚਾਰੇ ਗਏ ਨੇ। ਪਾਰਟੀ ਦੀ ਟਿਕਟ ਲੈ ਕੇ ਤਾਂ ਬੰਦੇ ਟਿਕਟਾਂ ਛੱਡ ਰਹੇ ਨੇ। ਸੋ ਐਕਸਪੋਜ਼ ਹੋ ਚੁੱਕੇ ਨੇ। 21 ਸੀਟਾਂ ਸੀ, 22 ਸੀਟਾਂ ਸੀ, ਅੱਜ ਕੀ ਹੈ ਇਹਨਾਂ ਕੋਲੇ? ਜੇ ਇਹਨਾਂ ਨੂੰ ਐਂ ਲੱਗਦਾ ਵੀ ਸਾਡੀ ਸਰਕਾਰ ਬਦਲ ਰਹੀ ਤਾਂ ਇੰਨੇ ਐਮਐਲਏ ਛੱਡ ਕੇ ਜਾਣਗੇ ਕਿ ਇਕੱਲੇ ਇਹੀ ਚੰਗੇ ਨੇ? ਆਮ ਆਦਮੀ ਪਾਰਟੀ ਨੇ ਜੋ ਵਾਅਦਾ ਕੀਤਾ ਸੀ, ਸਿੱਖ ਚਿਹਰਾ ਲੈ ਕੇ ਆਏ ਆ। ਕੈਪਟਨ ਸਾਹਿਬ ਦੀ ਪਾਰਟੀ ਦਾ ਪਤਾ ਹੈ, ਇੱਧਰੋਂ ਅਕਾਲੀਆਂ ਦਾ ਪਤਾ ਹੈ, ਸਾਰੀਆਂ ਪਾਰਟੀਆਂ ਦਾ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਹੈ ਕਿ ਆਹ ਬੰਦਾ ਖੜਾ ਹੋਊਗਾ। ਤੁਹਾਡਾ ਤਾਂ ਆਪਸ 'ਚ ਹੀ ਕਲੇਸ਼ ਨਹੀਂ ਮੁੱਕ ਰਿਹਾ। ਜਿਵੇਂ ਧੁਰੀ ਹੌਟ ਸੀਟ ਬਣ ਚੁੱਕੀ ਹੈ, ਤੁਹਾਡੀ ਸਟ੍ਰੈਟਜੀ ਚੇਂਜ ਹੋਈ ਹੈ, ਕੁਝ ਨਵਾਂ ਕਰੋਗੇ? ਕੀ ਪਲਾਨ ਹੈ ਤੁਹਾਡਾ? ਇੱਕ ਪਾਸੇ ਯੂਨੀਵਰਸਿਟੀ ਦੀ ਸਟੇਜ 'ਚੋਂ ਨਿਕਲਿਆ ਸਟੂਡੈਂਟ ਲੀਡਰ ਤੇ ਦੂਜੇ ਪਾਸੇ ਕਾਮੇਡੀ ਸਿਆਸੀ ਵਿਅੰਗ ਕਰਨ ਵਾਲਾ ਭਗਵੰਤ ਮਾਨ ਜੋ ਕਿ 2 ਵਾਰ ਸੰਗਰੂਰ ਤੋਂ ਐਮਪੀ ਰਹਿ ਚੁੱਕੇ ਹੈ ਤੇ ਉੱਥੇ ਹੀ ਦਲਬੀਰ ਸਿੰਘ ਗੋਲਡੀ ਧੁਰੀ ਤੋਂ ਵਿਧਾਇਕ ਰਹਿ ਚੁੱਕੇ ਆ। ਅੱਜ ਅਸੀਂ ਦਲਬੀਰ ਸਿੰਘ ਗੋਲਡੀ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਮੁਕਾਬਲਾ ਕਿੱਦਾਂ ਦਾ ਰਹੂਗਾ। ਦਲਬੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਟੀਮ ਦਾ ਬਹੁਤ ਧੰਨਵਾਦ। ਥੈਂਕ ਯੂ ਜੀ। ਦਲਬੀਰ ਜੀ, ਜਿਵੇਂ ਕਿ ਅੱਜ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਕਿ ਤੁਹਾਡੀ ਆਪੋਜੀਸ਼ਨ 'ਚ ਭਗਵੰਤ ਮਾਨ ਜੀ ਬਹੁਤ ਵੱਡਾ ਸੀਐਮ ਚਿਹਰਾ ਆ ਗਿਆ ਹੁਣ, ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ? ਦੇਖੋ, ਜਦੋਂ ਤੁਸੀਂ ਇਲੈਕਸ਼ਨ ਲੜਦੇ ਹੋ ਤੇ ਕਿਸੇ ਨਾ ਕਿਸੇ ਚਿਹਰੇ ਨੇ ਤੁਹਾਡੇ ਸਾਹਮਣੇ ਇਲੈਕਸ਼ਨ ਲੜਨੀ ਹੁੰਦੀ ਹੈ ਤੇ ਜਿਹੜੀ ਵੋਟ ਪੈਂਦੀ ਹੈ ਉਹ ਤੁਸੀਂ ਨੇ ਕੀ ਕੰਮ ਕਰੇ ਨੇ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਕੀ ਕੰਮ ਕਰੋਗੇ। ਤੇ ਜਿਹੜੇ ਇੱਥੇ ਮੇਰੇ ਸਿਆਸੀ ਆਪੋਜੀਸ਼ਨ ਆ, ਉਹ ਦੋਵੇਂ ਲੀਡਰ ਬਾਹਰ ਦੇ ਨੇ ਜੀ।
ਭਗਵੰਤ ਮਾਨ ਸਾਹਿਬ ਵੀ ਤੇ ਸਾਡੇ ਪ੍ਰਕਾਸ਼ ਚੰਦ ਗਰਗ ਜੀ ਵੀ, ਦੋਨੇ ਯਾਨੀ ਕਿ ਪਾਰਟੀਆਂ ਦੇ। ਤੇ ਸਾਡਾ ਧੂਰੀ ਨੇ ਪਹਿਲੀ ਬੜਾ ਸੰਤਾਪ ਭੋਗਿਆ, ਕਿਉਂਕਿ 2002 ਤੋਂ ਲੈ ਕੇ 2017 ਤੱਕ ਜਿੰਨੇ ਵੀ ਕੈਂਡੀਡੇਟ ਸੀ ਉਹ ਸਾਰੇ ਬਾਹਰੋਂ ਰਹੇ ਸੀਗੇ। ਤੇ ਉਸ ਤੋਂ ਬਾਅਦ ਧੂਰੀ ਦੇ ਬੇਟੇ ਨੂੰ ਮੌਕਾ ਮਿਲਿਆ ਤੇ ਉਹਨੇ ਕਾਰਗੁਜ਼ਾਰੀ ਕਰਕੇ ਦਿਖਾਈ। ਤੇ ਮੈਂ ਜਿੰਨੀਆਂ ਮੇਰੇ ਨਾਲ ਦੁਆਵਾਂ ਨੇ, ਜਿੰਨਾ ਮੇਰੇ ਨਾਲ ਪਿਆਰ ਆ, ਜਿੱਥੇ ਮੈਂ ਕੰਮ ਕਰਿਆ ਹੋਇਆ, ਤੇ ਬੜੇ ਵਧੀਆ ਤਰੀਕੇ ਨਾਲ ਜਿਹੜਾ ਮੇਰਾ ਸਾਥ ਦੇ ਰਹੇ ਨੇ ਲੋਕ, ਤੇ ਕੋਈ ਅਜਿਹੀ ਮੁਸ਼ਕਿਲ ਵਾਲੀ ਗੱਲਬਾਤ ਨਹੀਂ ਹੈਗੀ। ਕੋਈ ਮਨ 'ਚ ਗੱਲ ਨਹੀਂ ਕਿ ਸਾਹਮਣੇ ਵਾਲਾ ਚਿਹਰਾ ਐਤਕੀ ਸੀਐਮ ਚਿਹਰਾ, ਐਡਾ ਵੱਡਾ ਚਿਹਰਾ ਅਨਾਉਂਸ ਕੀਤਾ ਗਿਆ, ਤਾਂ ਕਿਤੇ ਡਰ ਲੱਗ ਰਿਹਾ ਮਨ 'ਚ? ਕੋਈ ਖਿਆਲ ਆਇਆ ਇਦਾਂ ਦਾ? ਸ਼ੁਰੂ ਤੋਂ ਹੀ ਜਦੋਂ ਤੋਂ ਮੈਂ ਸਿਆਸਤ ਸ਼ੁਰੂ ਕਰੀ ਆ, ਮੈਂ ਕਲਾਸ ਰਿਪਰੈਜ਼ੈਂਟੇਟਿਵ ਤੋਂ ਸ਼ੁਰੂ ਕਰਿਆ, ਤੇ ਕਦੇ ਵੀ ਮੈਨੂੰ ਕੋਈ ਪੋਸਟ ਇਸ ਤਰੀਕੇ ਨਾਲ ਨਹੀਂ ਮਿਲੀ ਕਿ ਬੜੀ ਆਸਾਨੀ ਜੀ ਨਾਲ ਕੋਈ ਚੀਜ਼ ਤੁਹਾਡੇ ਹੱਥ 'ਚ ਲੱਗੀ ਜਾਂ ਤੁਸੀਂ ਨੋਮੀਨੇਟ ਹੋ ਗਏ। ਮੈਂ ਹਮੇਸ਼ਾ ਹੀ ਜਦੋਜਹਿਦ ਕਰਕੇ ਤੇ ਇੱਕ ਜਿਹੜੀ ਚੰਗੀ ਸੁਚਾਰੂ ਸੋਚ ਨਾਲ ਉਹ ਇਲੈਕਸ਼ਨ ਕੰਟੈਸਟ ਕਰੀ, ਤੇ ਅੱਜ ਉਹੀ ਮੇਰੀ ਤਾਕਤ ਆ। ਚਾਹੇ ਮੇਰੇ ਯੂਨੀਵਰਸਿਟੀ ਦੇ ਸਟੂਡੈਂਟਸ, ਮੇਰੇ ਦੋਸਤ ਜਿਹੜੇ ਸੀਗੇ ਉਸ ਸਮੇਂ ਦੇ, ਚਾਹੇ ਮੇਰੇ ਕਾਲਜ ਦੇ, ਚਾਹੇ ਮੇਰੇ ਸਕੂਲ ਪੜ੍ਹਨ ਵਾਲੇ ਮੇਰੇ ਦੋਸਤ, ਤੇ ਮੇਰੇ ਤੋਂ ਅੱਜ ਤੱਕ ਕੋਈ ਟੁੱਟਿਆ ਨਹੀਂ ਜੀ। ਮੈਂ ਕੋਸ਼ਿਸ਼ ਇਹੀ ਰੱਖੀ ਆ, ਕਿਉਂਕਿ ਰਾਜਨੀਤਿਕ ਜੋ ਇਨਸਾਨ ਹੁੰਦੇ ਨੇ ਉਹ ਹਰੇਕ ਦੇ ਕੰਮ ਆਉਂਦੇ ਨੇ। ਇਹ ਨਹੀਂ ਹੈਗਾ ਕਿ ਤੁਸੀਂ ਇਲੈਕਸ਼ਨ ਲੜੋ ਤੇ ਉਸ ਤੋਂ ਬਾਅਦ ਤੁਸੀਂ ਗਾਇਬ ਹੋ ਜਾਓ। ਮੇਰੇ ਤੇ ਦੋਨੇ ਲੀਡਰਾਂ 'ਚ ਫਰਕ ਇਹੀ ਆ। ਮੇਰੇ ਆਪੋਨੈਂਟ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹ 2014 'ਚ ਲੋਕ ਸਭਾ ਇਲੈਕਸ਼ਨ ਉਹਨਾਂ ਨੇ ਫਾਈਟ ਕਰੀ ਆ, 2019 'ਚ ਉਹਨਾਂ ਨੇ ਫਾਈਟ ਕਰੀ, ਤੇ ਦੋਵੇਂ ਵਾਰ ਉਹ ਕਾਰ ਤੇ ਸਵਾਰ ਹੋ ਕੇ ਇੱਕ ਵਾਰ ਉਹਨਾਂ ਨੇ ਰਾਊਂਡ ਮਾਰਿਆ, ਤੇ ਦੁਬਾਰਾ ਕਦੇ ਉਹ ਲੋਕਾਂ ਨੂੰ ਨਜ਼ਰ ਨਹੀਂ ਆਏ। ਤੇ ਮੈਂ ਇੱਥੇ 5 ਸਾਲ ਕੰਮ ਕਰਿਆ, ਤੇ ਸੇਮ ਕੋਈ ਵੀ ਚੀਜ਼, ਸਪੋਜ਼ ਕਰੋ ਕੋਈ ਡਿਵੈਲਪਮੈਂਟ ਦੀ ਗੱਲ ਕਰੀਏ, ਕੋਈ ਦਿੱਕਤ ਦੀ ਗੱਲ ਕਰੀਏ, ਉਹਦੇ ਬਰਾਬਰ ਪੈਰਲਲ ਜ਼ਿੰਮੇਵਾਰ MLA ਤੇ ਮੈਂਬਰ ਪਾਰਲੀਮੈਂਟ ਤੇ ਰਾਜ ਸਭਾ ਮੈਂਬਰ ਤੇ ਜਿੰਨੇ ਸਾਡੇ ਛੋਟੀਆਂ ਅਹੁਦੇਦਾਰੀਆਂ ਦੇ, ਜਿਵੇਂ ਸਪੋਜ਼ ਕਰੋ MC ਸਾਹਿਬਾਨ, ਸਰਪੰਚ ਸਾਹਿਬਾਨ, ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ, ਦੇ ਸਾਰੇ ਅਸੀਂ ਜ਼ਿੰਮੇਵਾਰ ਹਾਂ ਜਿਹੜੇ ਇਲੈਕਟਡ ਬੰਦੇ ਆ। ਸੋ ਮੈਂ ਤਾਂ ਕਦੇ ਤੁਸੀਂ ਮੀਡੀਆ ਰਾਹੀਂ ਕਿਸ ਤੋਂ ਪੁੱਛ ਕੇ ਦੇਖਿਓ ਕਿ ਪਿਛਲੇ 2014 ਤੋਂ ਹੁਣ 2022 ਆ ਗਈ, ਕਦੇ ਇੱਕ ਵੀ ਚੀਜ਼ ਦਾ ਫੀਤਾ ਕੱਟਿਆ ਹੋਵੇ ਭਗਵੰਤ ਮਾਨ ਸਾਹਿਬ ਨੇ, ਇੱਕ ਵੀ ਚੀਜ਼ ਦੀ ਇਨੈਗੋਰੇਸ਼ਨ ਕਰੀ ਹੋਵੇ ਉਹਨਾਂ ਨੇ ਕੁਛ ਨਹੀਂ ਕਰਿਆ। ਤੇ ਇਹ ਨਹੀਂ ਹੁੰਦਾ ਸਾਡੇ ਕੋਲੇ ਤਾਂ ਜਿਹੜੇ ਫੰਡਸ ਵੀ ਨਹੀਂ ਹੁੰਦੇ MLA ਕੋਲੇ, ਤਾਂ ਅਸੀਂ ਤਾਂ ਆਪਣੀ ਸਰਕਾਰ ਤੋਂ, ਆਪਣੇ ਮੰਤਰੀ ਸਾਹਿਬ ਤੋਂ ਆਪਣੇ ਲੋਕਾਂ ਲਈ ਝੋਲੀ ਅੱਡਣੀ ਹੁੰਦੀ ਹੈ, ਤੇ ਇਹਨਾਂ ਕੋਲੇ ਪੱਕੇ ਫੰਡ ਹੁੰਦੇ ਨੇ, ਤੇ ਇਹ ਸੈਂਟਰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਕਮੇਟੀਆਂ ਦੇ ਮੈਂਬਰ ਹੁੰਦੇ ਨੇ, ਬਹੁਤ ਸਾਰੇ ਵਿਸ਼ਿਆਂ ਤੇ ਇਹ ਗੱਲ ਕਰ ਸਕਦੇ ਨੇ, ਚਾਹੇ ਉਹ ਐਜੂਕੇਸ਼ਨ ਆ, ਚਾਹੇ ਉਹ ਹੈਲਥ ਆ, ਚਾਹੇ ਉਹ ਬੇਸਿਕ ਤੁਹਾਡੀਆਂ ਨੀਡਸ ਨੇ ਉਹਨਾਂ ਤੇ ਗੱਲ ਕਰਨੀ, ਚਾਹੇ ਉਹ ਸਪੋਰਟਸ ਆ। ਸੋ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕੋਈ ਵੀ ਮੁੱਦਾ, ਇਹ ਨਹੀਂ ਹੈਗਾ ਕਿ ਉਹ ਮੇਰੇ ਆਪੋਨੈਂਟ ਨੇ, ਇਹ ਮੈਂ ਇਸ ਕਰਕੇ ਨਹੀਂ ਗੱਲ ਕਰ ਰਿਹਾ, ਬਟ ਉਹਨਾਂ ਨੇ ਕਦੇ ਕੋਈ ਮੁੱਦਾ ਮੈਨੂੰ ਲੱਗਦਾ ਕਿ ਸੰਜੀਦਗੀ ਨਾਲ ਲਿਆ ਹੀ ਨਹੀਂ, ਕਿਸੇ ਤੇ ਗੱਲ ਕਰੀ ਹੀ ਨਹੀਂ। ਜਦੋਂ ਵੀ ਆਪਾਂ ਇੱਕ ਜ਼ਿੰਮੇਵਾਰ ਇਨਸਾਨ ਬਣ ਜਾਂਦੇ ਹਾਂ ਤਾਂ ਆਪਾਂ ਨੂੰ ਕੁਛ ਨਾ ਕੁਛ ਤਾਂ ਲੋਕ ਭਾਲਦੇ ਨੇ ਕਿ ਸਾਡੀ ਡਿਵੈਲਪਮੈਂਟ ਹੋਵੇ, ਲੋਕ ਚਾਹੁੰਦੇ ਨੇ ਕਿ ਸਾਡੇ ਦੁੱਖ ਸੁੱਖ ਦੇ ਵਿੱਚ ਜਿਹੜਾ ਲੀਡਰ ਆ ਉਹ ਸ਼ਰੀਕ ਹੋਵੇ। ਪਰ ਉਹਨਾਂ ਦਾ ਤਾਂ ਕਹਿਣਾ ਮੇਰੇ ਤੋਂ ਬਿਨਾਂ ਕੋਈ ਹੋਰ ਮੁੱਦੇ ਚੱਕਦਾ ਹੀ ਨਹੀਂ। ਉਹ ਮੁੱਦੇ ਤਾਂ ਜਿਹੜੇ ਹੈਗੇ ਨੇ ਜੀ, ਇਹ ਤਾਂ ਸਾਰਿਆਂ ਨੂੰ ਪਤਾ ਵੀ ਕੌਣ ਚੱਕਦਾ ਜਾਂ ਕੌਣ ਨਹੀਂ ਚੱਕਦਾ। ਸਿਰਫ ਇੱਕ ਲੋਕ ਸਭਾ ਦੇ ਵਿੱਚ ਤੁਸੀਂ 1 ਜਾਂ 2 ਮਿੰਟ ਬੋਲ ਕੇ ਤੁਸੀਂ ਸਮਝਦੇ ਹੋ ਕਿ ਮੈਂ ਇੰਨੇ ਲੱਖ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਆ, ਮੇਰੀ ਡਿਊਟੀ ਖਤਮ ਹੋ ਗਈ? ਕੀ ਤੁਸੀਂ ਨੇ ਗਰਾਊਂਡ ਰਿਐਲਿਟੀ ਕਦੇ ਚੈੱਕ ਕਰੀ ਆ? ਕੀ ਕਦੇ ਜਿਹੜਾ ਤੁਸੀਂ ਨੇ ਪਿੰਡ ਗੋਦ ਲਿਆ ਹੋਇਆ ਸੀ, ਕਦੇ ਉਹਦੇ 'ਚ ਗੇੜਾ ਮਾਰਿਆ? ਕਿਹੜੀ ਮੁਹੱਲੇ ਦੇ ਵਿੱਚ, ਕਿਹੜੇ ਪਿੰਡ ਦੇ ਵਿੱਚ ਤੁਸੀਂ ਕਿਸੇ ਦੇ ਵਰਕਰ ਦੇ ਦੁੱਖ ਸੁੱਖ 'ਚ ਆਏ ਹੋਵੋਗੇ? ਕਿਉਂਕਿ ਅੱਜ ਹੀ ਮੇਰੀ ਗੱਲ ਹੋ ਰਹੀ ਸੀ, ਮੈਂ ਉਹਨਾਂ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਜੀ ਤੁਹਾਡੀ ਭਗਵੰਤ ਮਾਨ ਨਾਲ ਕੋਈ ਨਾਰਾਜ਼ਗੀ ਹੈਗੀ? ਕਹਿੰਦੇ ਨਹੀਂ। ਮੈਂ ਕਿਹਾ ਜੀ ਤੁਹਾਡੀ ਢੀਂਡਸਾ ਸਾਹਿਬ ਨਾਲ ਨਾਰਾਜ਼ਗੀ ਹੈਗੀ? ਉਹ ਕਹਿੰਦੇ ਨਹੀਂ, ਕਿਉਂਕਿ ਉਹ ਆਈ ਹੀ ਨਹੀਂ ਕਦੇ, ਉਹਨਾਂ ਨਾਲ ਨਾਰਾਜ਼ਗੀ ਕੀ ਹੋਣੀ ਆ? ਤੇ ਮੈਂ 24 ਘੰਟੇ ਲੋਕਾਂ 'ਚ ਰਿਹਾ, ਮੇਰੇ ਨਾਲ ਜੋ ਵੀ ਬੰਦਾ ਆਉਂਦਾ ਹਰ ਇੱਕ ਦਾ ਕੰਮ ਹੋਣਾ ਜ਼ਰੂਰੀ ਤਾਂ ਹੈ ਨਹੀਂ। ਜਿਹੜਾ ਵੀ ਬੰਦਾ ਮੇਰੇ ਕੋਲ ਆਉਂਦਾ ਤੇ ਮੈਂ ਬੜਾ ਈਜ਼ੀ ਅਪਰੋਚੇਬਲ ਹਾਂ, ਤੇ ਮੇਰੀ ਫੈਮਿਲੀ, ਮੇਰੀ ਟੀਮ, ਅਸੀਂ ਬੜੇ ਵਧੀਆ ਤਰੀਕੇ ਨਾਲ, ਯਾਨੀ ਕਿ ਬੜੀ ਇਮਾਨਦਾਰੀ ਨਾਲ ਤੇ ਬੜੇ ਜਜ਼ਬੇ ਨਾਲ ਜਿਹੜਾ ਆਪਦੇ ਹਲਕੇ ਨੂੰ ਉਹਦੇ 'ਚੋਂ ਕੱਢਿਆ। ਤੁਸੀਂ ਬਿਲੀਵ ਨਹੀਂ ਕਰੋਗੇ ਕਿ ਸਾਡੇ ਧੂਰੀ ਨੂੰ ਜਿੰਨੇ ਵੀ ਮਾਰਗ ਟੱਚ ਕਰਦੇ ਨੇ, ਚਾਹੇ ਸ਼ੇਰਪੁਰ ਤੋਂ ਧੂਰੀ ਆਉਣਾ ਹੋਵੇ, ਸੰਗਰੂਰ ਤੋਂ ਧੂਰੀ ਆਉਣਾ ਹੋਵੇ, ਭਲਵਾਨ ਤੋਂ ਧੂਰੀ ਆਉਣਾ ਹੋਵੇ, ਬਾਗੜੀਆਂ ਤੋਂ ਧੂਰੀ ਆਉਣਾ ਹੋਵੇ, ਲੱਡਾ ਵਾਲੀਆਂ, ਇਹ ਸਾਰੀਆਂ ਸੜਕਾਂ ਮੇਰੀ ਝੋਲੀ 'ਚ ਟੁੱਟੀਆਂ ਹੋਈਆਂ ਪਈਆਂ ਸੀ, ਜਿਹੜੇ ਮੁੱਖ ਮਾਰਗ ਸੀ।
ਤੇ ਸ਼ੇਰਪੁਰ ਵਾਲਾ ਤਾਂ ਸਾਡੇ ਮੁੱਖ ਮਾਰਗ ਤੇ ਪੁਲ ਹੀ ਹੈ ਨਹੀਂ ਸੀ। ਇਹ ਚੀਜ਼ਾਂ ਦੇ ਉੱਪਰ, ਕਿਉਂਕਿ ਇਹ ਤਾਂ ਉਦੋਂ ਸਿਟਿੰਗ MP ਸੀਗੇ, ਫਿਰ ਇਹਨਾਂ ਨੂੰ ਲੋਕਾਂ ਨੇ ਦੁਬਾਰਾ ਜਿਤਾਇਆ। ਇਹਨਾਂ ਨੇ ਇੱਕ ਵੀ ਚੀਜ਼ ਲਈ ਹਾਂ ਦਾ ਨਾਰਾ ਮਾਰਿਆ, ਇੱਕ ਵੀ ਚੀਜ਼ ਲਈ ਕੋਈ ਗ੍ਰਾਂਟ ਜਾਰੀ ਕਰੀ। ਹਾਲਾਂਕਿ ਮੈਂਬਰ ਪਾਰਲੀਮੈਂਟ ਬਿਲਕੁਲ ਕਰ ਸਕਦੇ ਨੇ, ਕਿਉਂਕਿ ਇਹਨਾਂ ਦੇ ਜੇ ਬਰਾਬਰ ਗੱਲ ਕਰੀਏ ਵਿਜੇਂਦਰ ਸਿੰਗਲਾ ਦੀ, ਜੋ ਮੈਂਬਰ ਪਾਰਲੀਮੈਂਟ ਰਹੇ ਨੇ, ਉਹਨਾਂ ਨੇ ਬਹੁਤ ਵੱਡਾ ਕੈਂਸਰ ਹਸਪੀਟਲ, PGI ਹਸਪੀਟਲ, ਟ੍ਰੇਨਸ ਨਾਲ ਸਾਰੀ ਕਨੈਕਟੀਵਿਟੀ ਕਰਾਤੀ। ਸੋ ਬੜੇ ਵੱਡੇ ਕੰਮ ਕਰ ਸਕਦੇ ਨੇ ਮੈਂਬਰ ਪਾਰਲੀਮੈਂਟ। ਪਰ ਜੇ ਤੁਸੀਂ ਐਂ ਕਹੋ ਵੀ ਕਰਨਾ ਹੀ ਨਹੀਂ, ਬਹਾਨਾ, ਵੀ ਫਿਰ ਤਾਂ ਕੁਝ ਨਹੀਂ ਕਹਿ ਸਕਦੇ। ਇਹ ਤਾਂ ਉਹਨਾਂ ਦੀ ਗੱਲ ਹੋ ਗਈ। ਤੁਸੀਂ ਕੀ ਵਿਕਾਸ ਕੀਤਾ ਆਪਣੇ ਇੱਥੇ ਏਰੀਆ 'ਚ? ਆਹ ਸਾਰੀਆਂ ਸੜਕਾਂ ਜਿਹੜੀਆਂ ਮੈਂ ਤੁਹਾਡੇ ਨਾਲ ਗੱਲ ਕਰੀ ਆ, ਇਸ ਤੋਂ ਬਿਨਾਂ 32 ਕਿਲੋਮੀਟਰ ਜਿਹੇ ਸੜਕਾਂ ਦੇ ਟੋਟੇ ਜਿਹੜਾ ਪਿੰਡ ਇਹਨਾਂ ਨੇ ਗੋਦ ਲਿਆ। ਤੇ ਇੱਧਰ ਕੱਕੜਾਲ, ਇੱਥੇ ਦੇ 2 ਵਾਰ MLA ਜੈਲਦਾਰ ਸਾਹਿਬ ਹੋਏ ਨੇ ਤੇ 1 ਵਾਰ ਬਰਨਾਲਾ ਪਰਿਵਾਰ ਰਿਹਾ। ਇਹ ਅਜੇ ਤੱਕ 2.5 ਕਿਲੋਮੀਟਰ ਦਾ ਸੜਕ ਦਾ ਟੋਟਾ ਨਹੀਂ ਸੀ ਬਣਵਾ ਸਕੇ। 32 ਕਿਲੋਮੀਟਰ ਜਿਹੜੇ ਕੱਚੇ ਰੋਡਸ ਨੇ ਉਹਨਾਂ ਦੇ ਉੱਪਰ ਕੰਮ ਚੱਲ ਰਿਹਾ। ਤੇ 57 ਜਿਹੜੇ ਸਾਡੇ ਸ਼ੂਟਿੰਗ ਵਾਲੀਬਾਲ ਦੇ ਗਰਾਊਂਡ, ਜਿਹੜੇ ਪਿੰਡਾਂ ਨੂੰ ਖੇਡ ਨੂੰ ਜੋੜਨਾ, ਆਪਾਂ ਕਹਿੰਦੇ ਡਰੱਗਸ ਨਸ਼ਾ, ਜਦੋਂ ਤੁਸੀਂ ਉਹਨਾਂ ਨੂੰ ਪੈਰਲਲ ਕੋਈ ਰਾਹ ਹੀ ਨਹੀਂ ਬਣਾ ਕੇ ਦਿੰਦੇ ਨੌਜਵਾਨਾਂ ਨੂੰ, ਤਾਂ ਉਹ ਕਿਵੇਂ ਨਿਕਲਣਗੇ? ਉਹਨਾਂ ਨੂੰ ਬਿਜ਼ੀ ਕਰਨਾ ਪਊਗਾ, ਉਹਨਾਂ ਨੂੰ ਖੇਡਾਂ ਨਾਲ ਜੋੜਨਾ ਪਊਗਾ, ਉਹਨਾਂ ਨੂੰ ਗਰਾਊਂਡ ਦੇ ਨਾਲ ਜੋੜਨਾ ਪਊ। ਮੈਂ ਉਹ ਜੋੜਨ ਦੇ ਵਿੱਚ ਕੰਮ ਕਰਿਆ। ਸਾਡੀਆਂ ਜਦੋਂ ਪੁਲਿਸ ਵਗੈਰਾ ਦੀਆਂ ਭਰਤੀਆਂ ਹੁੰਦੀਆਂ ਨੇ ਤਾਂ ਸਾਡੇ ਨੌਜਵਾਨ ਸੜਕਾਂ ਤੇ ਭੱਜ ਕੇ ਟ੍ਰੇਨਿੰਗ ਕਰਦੇ ਨੇ, ਤੇ ਉਹਨਾਂ ਲਈ 2 ਜਗ੍ਹਾ ਤੇ ਦੇਸ਼ ਭਗਤ ਕਾਲਜ ਤੇ ਰਾਜੋ ਮਾਜਰਾ ਪਿੰਡ ਸਿੰਡਰ ਟਰੈਕ ਤਿਆਰ ਕਰੇ ਨੇ, ਜਿਹਦੇ ਨਾਲ ਉਹਨਾਂ ਦੇ ਜੁਆਇੰਟਸ ਵਗੈਰਾ 'ਚ ਪੇਨ ਨਹੀਂ ਹੋਊਗੀ। ਤੇ ਮੇਰਾ ਇੱਥੇ ਕਾਲਜ ਹੈ ਇੱਕ ਯੂਨੀਵਰਸਿਟੀ ਬੇਨੜਾ ਕਾਲਜ। ਜਦੋਂ ਮੈਂ ਇੱਥੇ ਆਇਆ ਤਾਂ ਉੱਥੇ ਸਿਰਫ ਆਰਟਸ ਸੀਗੀ, ਬਿਲਡਿੰਗ ਬਹੁਤ ਸੋਹਣੀ ਸੀ, ਸਟੂਡੈਂਟ ਤਕਰੀਬਨ 200-250 ਸਟੂਡੈਂਟ ਸੀਗਾ। ਅੱਜ ਉੱਥੇ ਸਾਰੇ ਕੋਰਸਿਸ ਨੇ, ਸਾਰਾ ਇਨਫਰਾਸਟਰਕਚਰ ਪੂਰਾ। ਕਿਉਂਕਿ ਜਦੋਂ ਮੈਂ ਉਸ ਟਾਈਮ ਤੇ ਗਿਆ ਤਾਂ ਮੈਨੂੰ ਸਟਾਫ ਨੇ ਕਿਹਾ ਕਿ ਸਾਡੇ ਕੋਲੇ ਸਾਧਨ ਹੀ ਹੈ ਨਹੀਂ, ਅਸੀਂ ਬੱਚਿਆਂ ਨੂੰ ਦਾਖਲ ਕਿਵੇਂ ਕਰੀਏ। ਅੱਜ ਉੱਥੇ 1800 ਦੇ ਕਰੀਬ ਸਟੂਡੈਂਟ ਆ। ਇਹ ਮੇਰੀ ਪ੍ਰਾਪਤੀ ਆ। ਮੈਂ 7 ਸਕੂਲ ਮੇਰੇ ਅਪਗ੍ਰੇਡ ਹੋਏ ਨੇ ਐਜੂਕੇਸ਼ਨ ਦੇ ਨਾਲ। ਤੇ ਉਸ ਤੋਂ ਬਿਨਾਂ ਸਾਰੇ ਦੇ ਸਾਰੇ ਸਕੂਲਾਂ ਦੇ ਵਿੱਚ ਇੱਕ ਵਾਰ ਗੇੜਾ ਮਾਰ ਕੇ ਤੁਸੀਂ ਆਪ ਖੁਦ ਚੈੱਕ ਕਰ ਸਕਦੇ ਹੋ ਕਿ 2017 ਤੋਂ ਪਹਿਲਾਂ ਉਹਨਾਂ ਦੀ ਹਾਲਾਤ ਕੀ ਸੀ ਤੇ ਅੱਜ ਕੀ ਨੇ। ਪਰ ਫਿਰ ਵੀ ਤੁਹਾਡੇ ਧੁਰੀ ਦੇ ਲੋਕ ਕਹਿ ਰਹੇ ਇੱਥੇ ਕੋਈ ਵਿਕਾਸ ਨਹੀਂ ਹੋਇਆ ਇੰਨੇ ਟਾਈਮ 'ਚ। ਨਹੀਂ, ਇਹ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ। ਇਹ ਤਾਂ ਮੈਂ ਕੋਈ ਇਹਦੇ ਤੇ ਵੀ ਨਹੀਂ ਬੋਲਦਾ ਹੈਗਾ ਕਿ ਆਪਾਂ ਸਿਰਫ ਕੈਮਰੇ ਤੇ ਬੋਲਣ ਵਾਲੀ ਗੱਲ ਆ। ਤੁਸੀਂ ਕਿਹੜੇ ਵੀ ਪਿੰਡ, ਤੁਸੀਂ ਐਂ ਕਰੋ, ਤੁਸੀਂ 3 ਬੰਦੇ ਆਪਣੇ ਗਿਣੇ ਨੇ ਜਿਹੜੇ ਕੈਂਡੀਡੇਟ ਨੇ, ਭਵਾਨੀਗੜ੍ਹ ਤੋਂ ਜਿਹੜੇ ਸੰਗਰੂਰ ਤੋਂ ਆਏ ਨੇ, ਉਹਨਾਂ ਦਾ ਮੁਹੱਲਾ ਦੇਖਿਓ, ਸਤੌਜ ਪਿੰਡ ਦੇਖ ਲਿਓ, ਤੇ ਮੇਰਾ ਪਿੰਡ ਪੁੰਨਾ ਵਾਲਾ, ਤੇ ਮੁਹੱਲਾ ਮੇਰਾ ਗੁਰੂ ਤੇਗ ਬਹਾਦਰ ਆ। 3 ਲੀਡਰਾਂ ਦੇ ਪਿੰਡ ਨਿਗਾਹ ਮਾਰੋ, ਉਹਨਾਂ ਦੇ ਸ਼ਹਿਰ ਨਿਗਾਹ ਮਾਰੋ ਜਿੱਥੇ ਉਹ ਰਹਿੰਦੇ ਨੇ, ਤੁਹਾਨੂੰ ਵਿਕਾਸ ਦਾ ਆਪਦੇ ਆਪ ਹੀ ਪਤਾ ਲੱਗ ਜੂ ਵੀ ਹੋਏ ਨੇ ਜਾਂ ਨਹੀਂ ਹੋਏ। ਕਿਹੜੇ ਫਿਰ ਵੀ ਭਗਵੰਤ ਮਾਨ ਨਾਲ ਖੜੇ, ਉਹ ਕਹਿੰਦੇ ਅਸੀਂ ਭਗਵੰਤ ਮਾਨ ਨਾਲ ਜਾਵਾਂਗੇ। ਦੇਖੋ, ਇਹ ਤਾਂ ਜੀ ਲੋਕਾਂ ਦੀ, ਤੁਹਾਨੂੰ ਵੈਸੇ ਲੱਗਦਾ ਧੂਰੀ ਦੇ ਲੋਕ ਨਹੀਂ ਜਾਣਗੇ। ਉਹਨਾਂ ਦੇ IT ਸੈੱਲ ਬੜੇ ਸਟਰੋਂਗ ਨੇ, ਇੱਕ CM ਫੇਸ ਆ, ਦਿੱਲੀ 'ਚੋਂ ਇੰਨਾ ਪੈਸਾ ਉਰੇ ਲਿਆ ਕੇ ਲਾਉਣਗੇ ਉਹ ਸਾਰੀਆਂ ਚੀਜ਼ਾਂ ਤੇ, ਉਹ ਇਸੇ ਚੀਜ਼ਾਂ ਤੇ ਲਾਉਣਗੇ। ਹੁਣੀ ਮੇਰੀ ਗੱਲ ਹੋ ਰਹੀ ਸੀ, ਆਸਟ੍ਰੇਲੀਆ ਤੋਂ ਮੇਰੇ ਦੋਸਤ ਦੀ ਕਾਲ ਆਈ ਸੀ, ਉਹ ਕਹਿੰਦਾ ਬਾਈ ਜੀ ਸਾਡੇ ਕੀਤੇ ਹੋਏ ਪੋਜ਼ਿਟਿਵ ਕਮੈਂਟ ਵੀ ਡਿਲੀਟ ਕਰ ਰਹੇ ਨੇ, ਇੰਨੀ IT ਸੈੱਲ ਇਹਨਾਂ ਦਾ ਸਟਰੋਂਗ ਆ। ਤੇ ਮੇਰੇ ਨਾਲ ਤਾਂ ਫਿਰ ਮੇਰੇ ਲੋਕਲੀ ਬੰਦੇ ਨੇ ਨਾ ਜੀ, ਉਹ ਇੱਕ ਪੰਜਾਬ ਤੋਂ ਲੜ ਰਿਹਾ, ਸਮਝ ਲਓ, ਇੱਕ ਉਹ ਸਾਰੀ 117 ਵਿਧਾਨ ਸਭਾ 'ਚ ਉਹਨਾਂ ਲਈ ਪੋਜ਼ਿਟਿਵ ਕਮੈਂਟ ਆਉਣੇ ਨੇ। ਮੇਰੇ ਲਈ ਸਿਰਫ ਧੂਰੀ ਵਾਲੇ ਨੇ ਵਿਚਾਰੇ, ਜਿਹੜੇ ਮੇਰੇ ਨਾਲ ਨੇ, ਜਿਨ੍ਹਾਂ ਲਈ ਮੈਂ ਕੰਮ ਕਰਿਆ। ਤੇ ਬਾਹਰੋਂ ਵੀ ਬਹੁਤ ਸਪੋਰਟ ਹੋ ਰਹੀ ਆ, ਇੰਨੀਆਂ ਕਾਲਸ ਆ ਰਹੀਆਂ ਨੇ, ਕੋਈ ਕਹਿੰਦਾ ਵੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ, ਕੋਈ ਕਿਵੇਂ ਕਰ ਸਕਦਾ। ਇਹ ਵੈਸੇ ਹੀ ਲੱਗਦਾ ਮੈਮ ਤੁਹਾਨੂੰ, ਮੈਂ 2002 ਤੋਂ ਕੋਸ਼ਿਸ਼ ਕਰ ਰਿਹਾ ਇਹ ਲਾਈਨ ਦੇ ਵਿੱਚ, ਬੜੇ ਧੱਕੇ ਖਾ ਕੇ, ਇੱਕ ਬੜੇ ਮਿਡਲ ਕਲਾਸ ਫੈਮਿਲੀ ਤੋਂ ਉੱਠ ਕੇ, ਜਿਹੜੀਆਂ ਇੱਕ ਬੰਦੇ ਨੂੰ ਪ੍ਰੋਬਲਮਸ ਆਉਂਦੀਆਂ ਨੇ, ਉਹਨਾਂ ਨੂੰ ਇੱਕ ਬਦਲਾਅ ਵੱਲ ਨੂੰ ਲੈ ਕੇ ਜਾਂ ਉਹਨਾਂ ਦਾ ਹੱਲ ਕਰਨ ਦੇ ਲਈ ਮੈਂ ਇਹ ਚੀਜ਼ ਜੁਆਇਨ ਕਰੀ ਸੀਗੀ। ਤੇ ਮੈਂ ਬਦਲਾਅ ਲਿਆ ਕੇ ਵੀ ਦਿਖਾਇਆ, ਤੇ ਆਉਣ ਵਾਲੇ ਦਿਨਾਂ 'ਚ ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਆ ਜਾਣੀਆਂ ਨੇ। ਤੇ ਨੰਬਰ 2, ਕੀ ਉਹ ਮੈਂਬਰ ਪਾਰਲੀਮੈਂਟ ਦੀ ਆਪਦੀ ਮੈਂਬਰਸ਼ਿਪ ਛੱਡ ਕੇ ਧੂਰੀ ਲੜ ਰਹੇ ਨੇ? ਕੀ ਬਾਅਦ ਦੇ ਵਿੱਚ ਉਹ ਸਰਕਾਰ ਤਾਂ ਉਹਨਾਂ ਦੀ ਬਣਨੀ ਨਹੀਂ, ਕਿ ਬਾਅਦ 'ਚ ਉਹ ਧੂਰੀ ਨੂੰ ਛੱਡ ਕੇ ਅਸਤੀਫਾ ਦੇ ਕੇ ਫਿਰ ਮੈਂਬਰ ਪਾਰਲੀਮੈਂਟ ਰਹਿਣਗੇ ਜੇ ਬਾਈ ਚਾਂਸ 1% ਉਹ ਜਿੱਤ ਗਏ? ਠੀਕ ਹੈ, ਲੋਕ ਤਾਂ ਕਹਿ ਰਹੇ ਆ ਮੌਕਾ ਦੇਣਾ ਨਵੀਂ ਪਾਰਟੀ ਨੂੰ। ਨਹੀਂ, ਨਵੀਂ ਪਾਰਟੀ ਨੂੰ ਮੌਕਾ 2017 'ਚ ਵੀ ਇਹਨਾਂ ਨੇ ਬਹੁਤ ਕਿਹਾ ਸੀ ਕਿ ਅਸੀਂ ਨੇ ਮੌਕਾ ਦੇਣਾ। ਠੀਕ ਹੈ ਨਾ ਜੀ, ਮੌਕਾ ਵੈਸੇ ਹੀ ਲੱਗਦਾ। 38 ਬੰਦੇ ਤਾਂ ਇਹਨਾਂ ਨੇ ਇਹੋ ਜਿਹੀਆਂ ਟਿਕਟਾਂ ਦਿੱਤੀਆਂ ਨੇ ਜਿਹੜੇ ਸਾਡੇ ਤੋਂ ਜਾਂ ਦੂਸਰੀ ਪਾਰਟੀਆਂ ਤੋਂ ਵਿਚਾਰੇ ਗਏ ਨੇ। ਪਾਰਟੀ ਦੀ ਟਿਕਟ ਲੈ ਕੇ ਤਾਂ ਬੰਦੇ ਟਿਕਟਾਂ ਛੱਡ ਰਹੇ ਨੇ। ਤੇ ਚੰਨੀ ਸਾਹਿਬ ਦਾ ਤੇ ਇਹਨਾਂ ਦਾ ਕੀ ਕੰਪੈਰੀਜ਼ਨ ਕਰੋਗੇ ਤੁਸੀਂ? ਅੱਜ ਹਰੇਕ ਜੇ ਤੁਸੀਂ ਸੜਕ ਤੇ ਲੰਘਦੇ ਹੋ, ਹਰੇਕ ਮੋਟਰ ਦੇ ਕੋਠੇ ਤੇ ਇਹਨਾਂ ਨੇ ਪੈਸੇ ਦੇ ਕੇ ਐਡ ਲਵਾਈ ਹੋਈ ਆ ਵੀ ਇੱਕ ਮੌਕਾ ਕੇਜਰੀਵਾਲ ਨੂੰ। ਪਿਛਲੀ ਵਾਰ ਇਹਨਾਂ ਨੇ ਲਵਾਈ ਸੀ ਵੀ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ,
ਇੱਥੇ ਫਿਰ ਇਹਨਾਂ ਨੇ ਆਪਦਾ ਨਾਂ ਕਿਉਂ ਨਹੀਂ ਲਿਖਿਆ? ਜੇ ਪੰਜਾਬ ਦੀ ਇਹ ਉਹ ਚਾਹੁੰਦੇ ਨੇ ਕਿ ਪੰਜਾਬ ਦੀ ਉਹ ਕਰਨੀ ਆ, ਜਦੋਂ ਇੱਥੇ ਮੋਦੀ ਸਾਹਿਬ ਦੀ ਜਿਹੜੀ ਇੱਥੇ ਉਹ ਸਿਕਿਉਰਿਟੀ ਬ੍ਰੀਚ ਵਾਲਾ ਚੱਕਰ ਹੋਇਆ, ਸਭ ਤੋਂ ਪਹਿਲਾਂ ਕਿਹਨੇ ਟਵੀਟ ਕਰਿਆ ਸੀ? ਭਗਵੰਤ ਮਾਨ ਤੇ ਚੱਡਾ ਸਾਹਿਬ ਨੇ, ਠੀਕ ਹੈ ਨਾ। ਅੱਜ ਤੱਕ ਪਿਛਲੀਆਂ ਇਲੈਕਸ਼ਨ ਇਹਨਾਂ ਨੇ ਐਡੇ ਐਡੇ ਵੱਡੇ ਬੋਰਡ ਲਾਏ, ਮਜੀਠੀਆ ਇਹ ਹੈ, ਮਜੀਠੀਆ ਉਹ ਹੈ, ਫਿਰ ਉਸ ਤੋਂ ਬਾਅਦ ਤੁਸੀਂ ਗਿੜਗੜਾ ਕੇ ਮਾਫੀ ਮੰਗ ਰਹੇ ਹੋ। ਸੋ ਐਕਸਪੋਜ਼ ਹੋ ਚੁੱਕੇ ਨੇ। 21 ਸੀਟਾਂ ਸੀ, 22 ਸੀਟਾਂ ਸੀ, ਅੱਜ ਕੀ ਹੈ ਇਹਨਾਂ ਕੋਲੇ? ਜੇ ਇਹਨਾਂ ਨੂੰ ਐਂ ਲੱਗਦਾ ਵੀ ਸਾਡੀ ਸਰਕਾਰ ਬਦਲ ਰਹੀ ਤਾਂ ਇੰਨੇ ਐਮਐਲਏ ਛੱਡ ਕੇ ਜਾਣਗੇ ਕਿ ਇਕੱਲੇ ਇਹੀ ਚੰਗੇ ਨੇ? ਅਸੀਂ ਸਾਡੀਆਂ ਪਾਰਟੀਆਂ ਤਾਂ ਮਾੜੀਆਂ ਨੇ, ਇਹਨਾਂ 'ਚ ਜਦੋਂ ਕੋਈ ਬੰਦਾ ਜੁਆਇਨ ਕਰ ਲੈਂਦਾ, ਪਰਫਿਊਮ ਛਿੜਕਦੇ ਨੇ ਤੇ ਬੰਦਾ ਸਾਫ਼ ਹੋ ਜਾਂਦਾ ਤੇ ਬੰਦਾ ਪਾਕ ਪਵਿੱਤਰ ਹੋ ਜਾਂਦਾ, ਠੀਕ ਹੈ ਨਾ। ਇਹ ਜਿਹੜੀਆਂ 4 MP ਗਾਂਧੀ ਸਾਹਿਬ, ਉਹਨਾਂ ਦੀਆਂ ਗੱਲਾਂ ਸੁਣਿਓ ਕਦੇ, ਮੈਂ ਰਾਜਨੀਤਿਕ ਤੌਰ ਤੇ ਨਹੀਂ ਕਹਿੰਦਾ, ਇੰਨੇ ਸੁਲਝੇ ਹੋਏ ਇਨਸਾਨ ਨੇ, ਠੀਕ ਹੈ ਨਾ। ਆਪਣੇ ਦਾਖਾ ਤੋਂ ਤੁਸੀਂ ਆਪਣੇ ਪ੍ਰੋਫੈਸਰ ਸਾਹਿਬ ਸਾਧੂ ਜੀ, ਠੀਕ ਹੈ ਨਾ, ਫਿਰ ਦਾਖਾ ਤੋਂ ਫੂਲਕਾ ਸਾਹਿਬ, ਇੰਨੇ ਵਧੀਆ ਵਧੀਆ ਚਿਹਰੇ, ਇਹਨਾਂ ਨੂੰ ਛੱਡ ਕੇ ਕਿਉਂ ਗਏ? ਛੋਟੇਪੁਰ ਕਿੰਨੇ ਹੀ ਬੰਦੇ ਨੇ ਜਾਣੀ ਕਿ ਜਿਹੜੇ ਇਹਨਾਂ ਨੂੰ ਛੱਡ ਕੇ ਗਏ, ਕਿਉਂ? ਕਾਰਨ ਕੀ ਹੈ ਇਹਦੇ ਪਿੱਛੇ? ਠੀਕ ਆ, ਅਸੀਂ ਵੀ, ਸਾਡੇ 'ਚ ਵੀ ਮਤਭੇਦ ਹੈਗੇ ਨੇ, ਹਰੇਕ ਪਾਰਟੀ 'ਚ ਹੁੰਦੇ ਨੇ, ਬਟ ਸਾਡੇ 'ਚ ਅਜਿਹੀ ਚੀਜ਼ ਨਹੀਂ ਨਾ ਹੈਗੀ ਕੋਈ ਵੀ। ਪਰ ਤੁਹਾਡੀ ਪਾਰਟੀ ਦੀ ਜੇ ਆਪਾਂ ਗੱਲ ਕਰੀਏ, ਤੁਹਾਡਾ ਕੋਈ ਸੀਐਮ ਚਿਹਰਾ ਹਾਲ ਤੱਕ ਕਲੀਅਰ ਨਹੀਂ ਹੈਗਾ। ਆਮ ਆਦਮੀ ਪਾਰਟੀ ਨੇ ਜੋ ਵਾਅਦਾ ਕੀਤਾ ਸੀ, ਸਿੱਖ ਚਿਹਰਾ ਲੈ ਕੇ ਆਏ ਆ। ਕੈਪਟਨ ਸਾਹਿਬ ਦੀ ਪਾਰਟੀ ਦਾ ਪਤਾ ਹੈ, ਇੱਧਰੋਂ ਅਕਾਲੀਆਂ ਦਾ ਪਤਾ ਹੈ, ਸਾਰੀਆਂ ਪਾਰਟੀਆਂ ਦਾ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਹੈ ਕਿ ਆਹ ਬੰਦਾ ਖੜਾ ਹੋਊਗਾ। ਤੁਹਾਡਾ ਤਾਂ ਆਪਸ 'ਚ ਹੀ ਕਲੇਸ਼ ਨਹੀਂ ਮੁੱਕ ਰਿਹਾ। ਨਹੀਂ, ਇਹ ਕੋਈ ਕਲੇਸ਼ ਵਾਲੀ ਗੱਲ ਨਹੀਂ ਜੀ, ਅਸੀਂ ਸਾਰਿਆਂ ਨੂੰ ਬਰਾਬਰ ਲੈ ਕੇ ਚੱਲ ਰਹੇ ਹਾਂ ਤੇ ਬਾਕੀ ਇਹ ਫੈਸਲੇ ਹਾਈ ਕਮਾਂਡ ਦੇ ਨੇ, ਉਹਨਾਂ ਨੇ ਦੇਖਣਾ ਵੀ ਇਸ ਦੇ ਉੱਤੇ ਕੀ ਕਰਨਾ। ਥੋੜੇ ਦਿਨਾਂ ਤੱਕ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ। ਤੁਹਾਨੂੰ ਕੀ ਲੱਗਦਾ ਕੌਣ ਆਊਗਾ? ਨਹੀਂ, ਮੈਂ ਨਹੀਂ ਇਹਦੇ 'ਚ ਕੁਝ ਕਹਿ ਸਕਦਾ ਜੀ, ਤੇ ਮੈਂ ਤਾਂ ਰਾਹੁਲ ਗਾਂਧੀ ਨੂੰ ਫੋਲੋ ਕਰਦਾ। ਤੁਸੀਂ ਅੱਜ ਇੱਕ ਚੀਜ਼ ਦੱਸੋ ਮੈਨੂੰ, ਰਾਈਟ ਟੂ ਇਨਫੋਰਮੇਸ਼ਨ ਐਕਟ ਵਰਗਾ ਕੋਈ ਐਕਟ ਬਣਾ ਸਕਿਆ? ਮਨਰੇਗਾ ਵਰਗੀ ਜੌਬ ਜਿਹੜੀ ਪਿੰਡਾਂ ਨੂੰ ਦਿੱਤੀ, ਹਰੇਕ ਬੰਦੇ ਦੇ ਘਰੇ ਉਹਦੇ ਕਰੇ ਹੋਏ ਰੋਜ਼ਗਾਰ ਦੇ ਉਹਨੂੰ ਪੈਸੇ ਮਿਲ ਰਹੇ ਨੇ, ਠੀਕ ਹੈ ਨਾ। ਇਹੀ ਜੀ ਕੋਈ ਸਕੀਮ ਅੱਜ ਤੱਕ ਕੋਈ ਲੈ ਕੇ ਆ ਸਕਿਆ? ਇਹ ਕੌਣ ਲੈ ਕੇ ਆਇਆ? ਡਾਕਟਰ ਮਨਮੋਹਨ ਸਿੰਘ ਐਂਡ ਰਾਹੁਲ ਗਾਂਧੀ, ਠੀਕ ਹੈ ਨਾ। ਇਹ ਚੀਜ਼ਾਂ ਦਾ ਬਹੁਤ ਫਰਕ ਆ, ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਆ। ਜੇ ਮੈਂਬਰ ਪਾਰਲੀਮੈਂਟ ਇੱਥੇ ਸੀਗਾ, ਜੇ ਇਹ ਸਾਰੇ ਇੱਥੇ ਸੀਗੇ, ਤਾਂ ਕਿਸਾਨ ਐਡਾ ਵੱਡਾ ਸੰਘਰਸ਼ ਹੋਇਆ, ਉਦੋਂ ਇਹਨਾਂ ਦਾ ਕੀ ਰੋਲ ਰਿਹਾ? ਭਗਵੰਤ ਮਾਨ ਸਿੰਘ ਹੋਰਾਂ ਦਾ ਕੀ ਰੋਲ ਸੀਗਾ ਇਹਨਾਂ ਦਾ? ਮੇਰਾ ਰੋਲ ਚੈੱਕ ਕਰ ਲਿਓ, ਤੁਹਾਨੂੰ ਉਹ ਚੀਜ਼ ਕਲੀਅਰ ਹੋ ਜੂ। ਟੋਲ ਪਲਾਜ਼ੇ ਦੀ ਗੱਲ ਕਰੀਏ, ਟੋਲ ਪਲਾਜ਼ਾ ਉਰੇ ਵੀ ਸੀਗਾ, ਭਗਵੰਤ ਮਾਨ ਦੀ ਵੀਡੀਓ ਵੀ ਦਿਖਾਊਂਗਾ ਥੋੜ੍ਹੇ ਦਿਨਾਂ ਤੱਕ। ਕਹਿੰਦਾ ਟੋਲ ਪਲਾਜ਼ੇ ਦੀ ਕੀ ਗੱਲ ਹੈ, ਤਾਂ ਪਾਸ ਬਣ ਜਾਂਦਾ, ਇਹ ਤਾਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ, ਠੀਕ ਹੈ ਨਾ। ਮੇਰੀ ਲੜਾਈ ਟੋਲ ਪਲਾਜ਼ੇ ਤੇ ਲਈ ਇਸ ਕਰਕੇ ਸੀ ਕਿਉਂਕਿ 2014 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਦੋਂ ਇੱਥੋਂ ਲੌਂਗੋਵਾਲ ਸਾਹਿਬ ਜਿੱਤੇ ਤਾਂ ਅਕਾਲੀ ਦਲ ਵਾਲੇ ਗਿਫਟ ਦੇ ਵਿੱਚ ਟੋਲ ਪਲਾਜ਼ਾ ਦੇ ਕੇ ਗਏ ਸੀ, ਤਾਂ ਉਹਦੇ ਗਏ ਸੀ। ਜਾਂ ਤਾਂ ਤੁਸੀਂ ਕੋਈ ਇਨਫਰਾਸਟਰਕਚਰ ਬਿਲਟ ਕਰੋ, ਉਹ ਸੜਕ ਨੂੰ 4 ਲੇਨ ਕਰੋ, ਉਹਦੇ ਤੇ ਕੋਈ ਕੰਮ ਕਰੋ, ਫਿਰ ਉਹਦੇ ਤੇ ਟੋਲ ਪਲਾਜ਼ਾ ਲਾ ਲਓ, ਮੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ। ਪਰ ਜੇ ਪੁਰਾਣੀ ਸੜਕ ਦੇ ਉੱਪਰ ਹੀ ਤੁਸੀਂ ਨੇ ਸਿਰਫ ਉਹਨੂੰ ਐਜ ਆ ਕਿਸੇ ਨੂੰ ਫਾਇਦਾ ਦੇਣ ਦੇ ਲਈ ਟੋਲ ਪਲਾਜ਼ਾ ਧਰੋਗੇ, ਤਾਂ ਫੇਰ ਨਹੀਂ ਅਸੀਂ ਬਰਦਾਸ਼ਤ ਕਰ ਸਕਦੇ। ਸੋ ਉਹਦੇ ਬਰਾਬਰ ਦੀ ਸੜਕ ਕੱਢਤੀ। ਦੱਸੋ ਭਾਰਤ ਦੇ ਬਰਾਬਰ ਕੋਈ ਇਸ ਚੀਜ਼ ਦਾ ਕੋਈ ਪੈਰਲਲ ਕੋਈ ਇਹੋ ਜਿਹੀ ਸੜਕ ਦਾ ਕਦੇ ਜ਼ਿਕਰ ਹੋਇਆ? ਕੁਛ ਕਰਨਾ ਚਾਹੁੰਦੇ ਆ, ਸਟੂਡੈਂਟਸ ਰਾਜਨੀਤੀ ਤੋਂ ਉੱਠੇ ਆ, ਤੇ ਜਦੋਂ ਮੇਰੇ ਵਰਗਾ ਆਮ ਇਨਸਾਨ ਉੱਠਦਾ, ਉਹਦਾ ਬਹੁਤ ਫਰਕ ਹੁੰਦਾ। ਇੱਥੇ ਰਹਿਣੇ ਆ, 100 ਦੇ ਲਾਂਭੇ ਨੇ, 100 ਨੂੰ ਮਿਲੇ, 100 ਨੂੰ ਨਹੀਂ ਮਿਲੇ, ਇੱਕ ਗਲੀ ਬਣਾਤੀ, ਇੱਕ ਨਹੀਂ ਬਣਾ ਸਕੇ। ਇਹਨਾਂ ਨੇ ਤਾਂ ਕੁਝ ਕਰੇ ਹੀ ਨਹੀਂ। ਉਹ ਕਹਿੰਦੇ ਆਮ ਆਦਮੀ ਦਾ ਪੁੱਤ ਤਾਂ ਮੈਂ ਵੀ ਹਾਂ, ਅਸੀਂ ਤਾਂ ਕਿਰਾਏ ਦੇ ਘਰ ਰਹਿੰਦੇ ਹਾਂ, ਜਮਾਂ ਹੀ ਸਾਡੇ ਕੋਲ ਕੁਝ ਵੀ ਨਹੀਂ ਸੀ ਜਿੱਥੋਂ ਅਸੀਂ ਖੜੇ ਹੋਏ ਹਾਂ। ਇਹ ਤਾਂ ਮੇਰਾ ਵੀ ਪਿਛੋਕੜ, ਮੇਰੇ ਪਿੰਡ ਵਾਲਾ ਘਰ ਦੇਖ ਲਓ ਜੀ, ਇਹ ਦੇਖ ਲਓ, ਮੇਰੇ ਫਾਦਰ ਸਾਹਿਬ ਨੇ 85 'ਚ। ਇਹ ਗੱਲਾਂ ਨਹੀਂ ਹੁੰਦੀਆਂ, ਇਹ ਚੀਜ਼ਾਂ ਇੱਕ ਡਿਫਰੈਂਟ ਗੱਲਾਂ ਨੇ ਕਿ ਤੁਸੀਂ ਕੀ ਕਰਦੇ ਹੋ, ਕੀ ਤੁਸੀਂ ਲੋਕਾਂ ਨੇ ਤੁਹਾਨੂੰ ਜਿਤਾਇਆ, ਕੀ ਤੁਸੀਂ ਉਹਨਾਂ ਦੇ ਉੱਪਰ ਖਰੇ ਉਤਰੇ? ਤੁਸੀਂ ਖਰੇ ਉਤਰੇ? ਤੁਸੀਂ ਇੱਕ ਕਾਲਜ ਦੇ ਉੱਪਰ ਹੀ ਕੰਮ ਕਰ ਲੈਂਦੇ, ਇੱਕ ਸਕੂਲ ਦੇ ਉੱਪਰ ਹੀ ਕੰਮ ਕਰ ਲੈਂਦੇ, ਇੱਕ ਸਟੇਡੀਅਮ ਦੇ ਉੱਪਰ ਹੀ ਕੰਮ ਕਰ ਲੈਂਦੇ, ਇੱਕ ਕੋਈ ਸੜਕ ਹੀ ਬਣਾ ਲੈਂਦੇ, ਇੱਕ ਕੋਈ ਪੁਲ ਹੀ ਬਣਾ ਦਿੰਦੇ। ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਸੀ। ਇਹ ਤਾਂ ਹੁਣ ਜਮੀ ਆਪਾਂ ਪਰਦਾ ਪਾਉਣ ਵਾਲੀ ਗੱਲ ਤਾਂ ਨਹੀਂ ਆਪਾਂ ਕਰ ਸਕਦੇ। ਤੁਸੀਂ ਮੇਰੇ ਤੋਂ ਇੰਨੇ ਕੁਐਸਚਨ ਪੁੱਛ ਲਏ, ਤੁਸੀਂ ਮੈਨੂੰ ਸਾਰੇ ਜਿੰਨੇ ਵੀ ਮੀਡੀਆ ਪਰਸਨ ਨੇ ਉਹ ਸਿੱਧਾ ਮੈਨੂੰ ਟੈਲੀਫੋਨ ਮਾਰਦੇ ਨੇ, ਠੀਕ ਹੈ ਨਾ। ਕੀ ਤੁਸੀਂ ਭਗਵੰਤ ਮਾਨ ਨੂੰ ਮਾਰ ਸਕਦੇ ਹੋ? ਕਿ ਭਗਵੰਤ ਮਾਨ ਤੁਹਾਨੂੰ ਟਾਈਮ ਦਿੰਦਾ? ਕਿ ਭਗਵੰਤ ਮਾਨ, ਅੱਜ ਆਪਾਂ ਰਾਤ ਦੇ ਸਮੇਂ 'ਚ ਉਰੇ ਬੈਠੇ ਹਾਂ, ਕੀ ਤੁਸੀਂ ਇਸ ਟਾਈਮ ਜਾ ਕੇ ਉਹਦੀ ਇੰਟਰਵਿਊ ਕਰ ਸਕਦੇ ਹੋ? ਅਸੀਂ ਤਾਂ ਤੁਹਾਡੇ ਨਾਲ ਬੈਠੇ ਹਾਂ ਨਾ, ਉਹਨਾਂ ਦੀ ਹਾਲੇ ਗੱਲ ਨਹੀਂ ਨਾ ਕਰਾਂਗੇ। ਨਹੀਂ, ਗੱਲ ਇਹੀ ਹੋਊਗੀ। ਗੱਲ ਕਿਉਂ ਨਹੀਂ ਹੋਊਗੀ? ਗੱਲ
ਫਰਕ ਦੱਸ ਰਿਹਾ। ਇੱਕ ਇੱਕ ਲੀਡਰ ਤੋਂ ਲੋਕ ਕੀ ਭਾਲਦੇ ਨੇ, ਉਹਨੂੰ ਜਾ ਕੇ ਮਿਲ ਸਕਣ, ਉਹਨੂੰ ਟੈਲੀਫੋਨ ਕਰ ਸਕਣ, ਉਹਦੇ ਨਾਲ ਰਾਬਤਾ ਬਣਾ ਸਕਣ, ਠੀਕ ਹੈ ਨਾ, ਉਹਦੇ ਜਿਹੜੀਆਂ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਹੱਲ। ਮੈਂ ਤੇ ਮੇਰੀ ਵਾਈਫ, ਠੀਕ ਹੈ ਨਾ, ਮੇਰੀ ਵਾਈਫ ਨੇ ਅੱਜ ਅੱਜ ਲੇਡੀਜ਼ ਦੀ 50% ਤਕਰੀਬਨ ਬੰਦੇ ਤੇ 50% ਲੇਡੀਜ਼। ਮੇਰੀ ਵਾਈਫ ਮੇਰੇ ਲਈ ਕਿਉਂ ਕੰਮ ਕਰਦੀ ਹੈ? ਕਿਉਂਕਿ ਲੇਡੀਜ਼ ਮੈਨੂੰ ਪ੍ਰੋਬਲਮਸ ਨਹੀਂ ਦੱਸ ਸਕਦੀਆਂ, ਉਹ ਉਹਦੇ ਨਾਲ ਸ਼ੇਅਰ ਕਰਦੀਆਂ ਨੇ। ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ ਆ। 5 ਸਾਲ ਹੋ ਗਏ। ਮੇਰੇ ਫਾਦਰ ਸਾਹਿਬ, ਕੋਈ ਅਸੀਂ ਇਹੋ ਜਿਹਾ ਫੰਕਸ਼ਨ, ਕੋਈ ਕਿਸੇ ਤਰੀਕੇ ਦਾ, ਅਸੀਂ ਆਪਣੀਆਂ ਡਿਊਟੀਆਂ ਵੰਡੀਆਂ ਹੋਈਆਂ ਨੇ, ਠੀਕ ਹੈ ਨਾ। ਸਾਰੇ ਦਾ ਸਾਰਾ ਪਰਿਵਾਰ ਆ ਜਿਹੜਾ, ਉਹ ਇਸ ਸਿਸਟਮ ਨੂੰ, ਕਿਉਂਕਿ ਇਸ ਤਾਂ ਗੁਰੂ ਮਹਾਰਾਜ ਤੋਂ ਮੰਗ ਕੇ 5 ਸਾਲ ਲਏ ਸੀ ਤੇ ਸੇਵਾ ਕੀਤੀ। ਲੋਕਾਂ ਨੇ ਫਤਵਾ ਦੇਣਾ ਕਿ ਮੇਰੇ ਕੰਮਾਂ ਨੂੰ ਦਿੰਦੇ ਨੇ ਜਾਂ ਉਹ ਸਿਰਫ ਐਜ਼ ਅ ਇੱਕ ਚਿਹਰਾ ਦੇਖ ਲੈਂਦੇ ਨੇ, ਇਹ ਤਾਂ ਉਹਨਾਂ ਤੇ ਆ। ਤੇ ਮੈਂ ਆਪਦੇ ਗੁਰੂ ਮਹਾਰਾਜ ਤੋਂ ਇਹੀ ਚੀਜ਼ ਉਹ ਕਰਦਾ, ਤੁਹਾਡੇ ਮੀਡੀਆ ਤੇ ਕਹਿ ਰਿਹਾ ਕਿ ਮੈਂ ਤਾਂ ਅਰਦਾਸ ਵੀ ਇਹੀ ਕਰਦਾ, ਜੇ ਤਾਂ ਮੇਰੇ ਤੋਂ ਇਮਾਨਦਾਰੀ 'ਚ ਕੋਈ ਕਮੀ ਰਹੇਗੀ, ਮੇਰੇ ਤੋਂ ਕੋਈ ਕੰਮ 'ਚ ਕਮੀ ਰਹੇਗੀ ਕਿਸੇ ਚੀਜ਼ 'ਚ, ਫਿਰ ਤਾਂ ਮੇਰਾ ਰਿਜ਼ਲਟ ਨੈਗੇਟਿਵ ਆਊਗਾ। ਜਦੋਂ ਮੈਂ ਸਾਰੀਆਂ ਚੀਜ਼ਾਂ ਬਹੁਤ ਵਧੀਆ ਤਰੀਕੇ ਨਾਲ ਕਰੀਆਂ ਨੇ, ਹਰ ਇੱਕ ਚੀਜ਼ ਦੇ ਉੱਤੇ ਮੈਂ ਜ਼ੋਰ ਦਿੱਤਾ, ਤਾਂ ਮੇਰੀ ਅਰਦਾਸ ਕਿਵੇਂ ਉਹ ਹੋ ਸਕਦੀ ਹੈ? ਮੇਰੇ ਨਾਲ ਅਸਲੀ ਬੰਦਾ ਕੌਣ ਆ? ਜਿਹੜੇ ਮੇਰੇ ਨਾਲ ਪਿਛਲੀ ਵਾਰ ਵੀ ਨਹੀਂ ਨਾ ਚੱਲੇ ਸੀ 2017 'ਚ, ਅੱਜ ਉਹ ਮੇਰੇ ਨਾਲ ਮੋਢਾ ਲਾਈ ਖੜੇ ਨੇ। ਇਹ ਚੀਜ਼ ਮੈਨੂੰ ਤਾਂ ਕਿਹਦੀ ਗੱਲ ਕਰ ਰਹੇ ਹੋ ਤੁਸੀਂ? ਮੇਰੇ ਦੋਸਤ, ਕਈ ਬੰਦੇ ਪਿੰਡਾਂ 'ਚੋਂ ਨਹੀਂ ਚੱਲਦੇ ਹੁੰਦੇ, ਜਦੋਂ ਇਲੈਕਸ਼ਨਸ ਹੁੰਦੀਆਂ ਨੇ ਉਦੋਂ ਨਹੀਂ ਚੱਲ ਸਕਦੇ, ਪਰ ਅੱਜ ਮੇਰੇ ਨਾਲ ਚੱਲ ਰਹੇ ਨੇ। ਅੱਗੇ ਨਾਲੋਂ ਮੇਰਾ ਕਾਫਲਾ ਵਧਿਆ, ਘਟਿਆ ਨਹੀਂ। ਹੁਣ ਜਿਵੇਂ ਧੂਰੀ ਹੌਟ ਸੀਟ ਬਣ ਚੁੱਕੀ ਹੈ, ਤੁਹਾਡੀ ਸਟ੍ਰੈਟਜੀ ਚੇਂਜ ਹੋਈ ਹੈ? ਕੁਝ ਨਵਾਂ ਕਰੋਗੇ? ਕੀ ਪਲਾਨ ਹੈ ਤੁਹਾਡਾ? ਨਹੀਂ, ਕੁਛ ਨਵੇਂ ਨੂਵੇਂ ਦੀ ਗੱਲ ਨਹੀਂ ਜੀ, ਇਹਦੇ 'ਚ ਕੋਈ ਐਡਾ ਹੋਊਗਾ ਥੋੜ੍ਹੀ ਹੈ ਜੀ ਇਹ, ਠੀਕ ਹੈ ਨਾ, ਕੋਈ ਐਡੀ ਗੱਲ ਨਹੀਂ ਹੈਗੀ ਆ। ਆਉਣ ਵਾਲੇ ਦਿਨ ਤੁਹਾਨੂੰ ਦੱਸਣਗੇ ਵੀ ਕੀ ਹੁੰਦਾ ਕੀ ਨਹੀਂ ਹੁੰਦਾ। ਅੱਗੇ ਇਹਦੀ ਫਾਈਟ ਸੀਗੀ ਉਹ ਜਿਹੇ ਲੀਡਰ ਸਾਹਿਬਾਨ ਦੇ ਅਗੇਂਸਟ, ਠੀਕ ਹੈ ਨਾ। ਤੇ ਵਿਧਾਨ ਸਭਾ ਚੋਣਾਂ ਇਹ ਪਿਛਲੀ ਵਾਰ ਮੈਨੂੰ ਲੱਗਦਾ ਲੰਬੀ ਤੋਂ ਹੀ ਲੜੇ ਸੀ ਸ਼ਾਇਦ ਇਹ, ਉਦੋਂ ਪਿਛਲੀ ਵਾਰ ਇਹ ਲਹਿਰੇ ਲੜੇ ਨੇ, ਤੀਸਰੀ ਵਾਰ ਇਹ ਧੂਰੀ ਲੜ ਰਹੇ ਨੇ। ਤੇ ਸਾਰਿਆਂ ਨੂੰ ਇਹ ਬਾਬੂ ਪ੍ਰਕਾਸ਼ ਚੰਦ ਵੀ ਤਜਰਬੇਕਾਰ ਬੰਦੇ ਨੇ, ਅਕਾਲੀ ਦਲ ਵਾਲੇ, ਤੇ ਸਾਡੇ ਇੱਥੋਂ ਜਿਹੜੇ ਸੰਯੁਕਤ ਮੋਰਚਾ ਨੇ ਉਹਨਾਂ ਨੇ ਵੀ ਕੈਂਡੀਡੇਟ ਦਿੱਤੇ ਨੇ। ਸੋ ਇਹ ਫਾਈਟ ਹੈ ਜੀ, ਇਹ ਇੱਕ ਤਿਉਹਾਰ ਆ ਵੋਟਾਂ ਦਾ, ਠੀਕ ਹੈ ਨਾ ਜੀ। ਲੋਕ ਇਹਨੂੰ ਡੈਮੋਕ੍ਰੇਸੀ ਦਾ ਫੈਸਟੀਵਲ ਮੰਨਦੇ ਨੇ, ਠੀਕ ਹੈ ਨਾ ਜੀ। ਇਹਦੇ 'ਚ ਜਿਹੜਾ ਹਰ ਇੱਕ ਲੋਕ ਨੇ ਆਪਦਾ ਮਤਦਾਨ ਕਰਨਾ, ਮਤਦਾਨ, ਤੇ ਇਸ ਵਾਰ ਬਹੁਤ ਕੁਝ ਸੋਚ ਸਮਝ ਕੇ ਤੇ ਬਹੁਤ ਚੀਜ਼ਾਂ ਚੈੱਕ ਕਰਕੇ ਫਿਰ ਇਹ ਜਿਹੜਾ ਮਤਦਾਨ ਹੋਣਾ, ਇਹ ਐਂ ਨਹੀਂ ਹੋਣਾ ਵੀ ਐਡਾ ਸੌਖਾ ਜਿਹਾ ਜਿਹੜਾ ਸਾਰਿਆਂ ਨੂੰ ਲੱਗ ਰਿਹਾ। ਤੇ ਦਲਵੀਰ ਸਿੰਘ ਗੋਲਡੀ ਨੂੰ ਕਦੇ 100% ਚੀਜ਼ ਨਹੀਂ ਮਿਲੀ। ਮੈਂ ਤਾਂ ਅੱਜ ਵੀ ਆਪਦੇ ਆਪਣੇ 1% ਤੇ ਮੰਨਦਾ, ਮੈਂ ਤਾਂ ਸਾਰਿਆਂ ਨੂੰ 99 ਤੇ ਮੰਨਦਾ, ਮੈਂ ਤਾਂ ਅਕਾਲੀ ਦਲ ਵਾਲਿਆਂ ਨੂੰ ਵੀ 99 ਤੇ ਮੰਨਦਾ, ਮੈਂ ਤਾਂ ਭਗਵੰਤ ਮਾਨ ਨੂੰ ਵੀ 99 ਤੇ ਮੰਨਦਾ, ਮੈਂ ਤਾਂ ਸੰਯੁਕਤ ਮੋਰਚੇ ਵਾਲਿਆਂ ਨੂੰ ਵੀ 99 ਤੇ ਮੰਨਦਾ। ਮੈਂ ਤਾਂ 1% ਵਾਲਾ, ਤੇ 1% ਵਾਲਾ ਮਿਹਨਤ ਕਰੂਗਾ। ਕੀ ਲੱਗਦਾ 1% ਵਾਲਾ ਕਿੱਥੇ ਖੜੂਗਾ? 100% ਤੇ 100% ਤੇ ਖੜੂਗਾ। ਜੇ ਕੰਮ ਕਰੇ ਨੇ ਤਾਂ ਹੀ ਬੋਲ ਰਹੇ ਆ ਨਾ ਜੀ। ਜੇ ਕੰਮ ਨਾ ਕਰੇ ਹੁੰਦੇ, ਪਿੰਡਾਂ 'ਚ ਵੜਨ ਜੋਗਾ ਨਾ ਹੁੰਦਾ, ਪਿੰਡਾਂ 'ਚ ਤੁਸੀਂ ਦੇਖਿਆ ਕਦੇ ਵੀ ਮੈਕਸੀਮਮ ਪਿੰਡਾਂ 'ਚ ਤੁਸੀਂ ਓਪਨ ਜਿੰਮ ਲਗਵਾ ਦੂੰ, ਪਾਰਕ ਬਣਾ ਦੂੰ, ਇੰਡੋਰ ਜਿੰਮ ਹੋ ਜਾਣ, ਇਹ ਸਾਰੀਆਂ ਚੀਜ਼ਾਂ ਨੂੰ ਸਮਾਂ ਤਾਂ ਲੱਗਦਾ ਨਾ। ਮੈਂ ਬਿਲਕੁਲ ਜ਼ੀਰੋ ਤੋਂ ਸ਼ੁਰੂ ਕਰਿਆ ਸੀ। ਅੱਜ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀਆਂ ਮੇਨ ਬੇਸਿਕ ਚੀਜ਼ਾਂ ਸੀਗੀਆਂ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਿਹਨਤ ਕਰਕੇ ਚੰਗਾ ਕੰਮ ਕਰਿਆ। ਹੁਣ ਤੁਸੀਂ ਬਿਲੀਵ ਨਹੀਂ ਕਰਨਾ, 33 ਕਰੋੜ ਦੇ ਕੰਮ ਸਾਡੇ ਹੁਣ ਸ਼ਹਿਰ 'ਚ ਚੱਲੇ ਹੋਏ ਨੇ। ਇਹ ਰੋਜ਼ ਆਮ ਆਦਮੀ ਵਾਲੇ ਜਦੋਂ ਸ਼ੁਰੂ ਹੋਈ ਉਦੋਂ ਉਹਨਾਂ ਤੇ ਕੰਪਲੇਂਟ ਕਰੀ, ਕਿੰਨੇ ਹੀ ਕੰਮ ਇਹਨਾਂ ਨੇ ਰੁਕਵਾਤੇ, ਠੀਕ ਹੈ ਨਾ ਜੀ। ਕੀ ਉਹ ਕੰਮ ਰੋਕਣ ਨਾਲ, ਜਿਹੜੇ ਕੰਮ ਪਹਿਲਾਂ ਦੇ ਚੱਲ ਰਹੇ ਨੇ, ਕਦੋਂ ਦਾ ਇਹ ਕੰਮ ਚੱਲ ਰਿਹਾ, ਉਹ ਰੋਕਣ ਨਾਲ ਇਹਨਾਂ ਨੂੰ ਕੋਈ ਫਾਇਦਾ ਹੋਊ ਜਾਂ ਇਹਨਾਂ ਨੂੰ ਨੁਕਸਾਨ ਹੋਊਗਾ? ਕਿਸੇ ਲੋਕਾਂ ਦਾ ਭਲਾ ਹੋ ਰਿਹਾ। ਜੇ ਮੈਂ ਇਸ ਟਾਈਮ ਸਮਝ ਲਓ ਪਿਛਲੀ ਕੋਈ ਹੋਰ ਸਰਕਾਰ ਹੁੰਦੀ, ਇਸ ਟਾਈਮ ਕੋਈ ਕੰਮ ਮੈਂ ਕਿਉਂ ਰੋਕਦਾ? ਜਿਹੜੀ ਕੋਈ ਸੜਕ ਬਣ ਰਹੀ ਆ, ਕੋਈ ਗਲੀ ਬਣ ਰਹੀ ਆ, ਕੋਈ ਕੱਚੇ ਘਰਾਂ ਦੇ ਕਿਸੇ ਨੂੰ ਪੈਸੇ ਮਿਲ ਰਹੇ ਨੇ, ਤਾਂ ਕਿਸੇ ਨੂੰ ਕੀ ਪ੍ਰੋਬਲਮ ਆ? ਤੁਸੀਂ ਲੋਕਾਂ ਦਾ ਹੱਕ ਕਿਉਂ ਮਾਰਦੇ ਹੋ? ਇਹ ਨੈਗੇਟਿਵ ਪੋਲਿਟਿਕਸ ਕਰਦੇ ਨੇ, ਬਹੁਤ ਅਜਿਹੀਆਂ ਚੀਜ਼ਾਂ ਕਰਦੇ ਨੇ। ਜਿਹੜੇ ਹੁਣ ਪੁਰਾਣੇ ਇਹਨਾਂ ਦੇ ਕੈਂਡੀਡੇਟ ਸੀਗੇ, ਇੱਥੋਂ ਪੁੱਛਿਓ ਕਿਸੇ ਤੋਂ ਕਿ ਉਹ ਦੁਬਾਰਾ ਕਿੰਨੀ ਕੁ ਵਾਰ ਆਏ ਨੇ। 47,000 ਵੋਟ ਲੈ ਕੇ ਗਏ ਸੀ ਉਹ, ਠੀਕ ਹੈ ਨਾ। ਇਹ ਸਾਰੀਆਂ ਗੱਲਾਂ ਨੇ, ਕੋਈ ਇਹ ਨਹੀਂ ਹੈਗਾ ਕੋਈ ਵੀ ਹਰੇਕ ਬੰਦਾ ਕਹੀ ਜਾਂਦਾ। ਸਵੇਰ ਦੀ ਮੈਨੂੰ ਫੋਨ ਆਈ ਜਾਂਦੇ ਨੇ, ਕੋਈ ਬੰਦਾ ਕਹਿੰਦਾ ਇਹ ਹੋ ਗਿਆ ਜਾਂ ਇਹ ਅਨਾਊਂਸ ਹੋ ਗਿਆ ਜੇ। ਮੈਂ ਵੀ ਬਹੁਤ ਮਿਹਨਤ ਕਰੀ ਆ, ਮੈਂ ਵੀ ਸਾਰੀ ਉਮਰ ਰਿਸ਼ਤੇ ਹੀ ਕਮਾਏ ਨੇ, ਤੇ ਕੋਈ ਇਹ ਨਹੀਂ ਹੈਗਾ ਕਿ ਜੇ ਇਹਨਾਂ ਨੂੰ ਦੇਖਣਾ ਚਾਹੀਦਾ ਸੀ। ਇਹ ਉਹੀ ਜੀ ਸੀਟ ਦੇਖਦੇ ਨਾ ਕੋਈ
ਇਹ ਬੜਾ ਈਜ਼ੀ ਲੈ ਕੇ ਆਏ ਨੇ। ਇਹਨਾਂ ਦਾ ਪਿੰਡ ਲਹਿਰੇ 'ਚ ਪੈਂਦਾ, ਸੰਗਰੂਰ, ਠੀਕ ਹੈ ਨਾ। ਇਹ ਕਿਤੇ ਵੀ ਲੜ ਸਕਦੇ ਸੀਗੇ ਤੇ ਇੱਥੇ ਆਏ ਨੇ। ਇੱਥੇ ਹੀ ਕਿਉਂ ਆਏ ਆ? ਤੁਹਾਨੂੰ ਕੀ ਲੱਗਦਾ ਇੱਥੇ ਕਿਉਂ? ਇਹ ਤਾਂ ਹੁਣ ਮੈਂ ਕੀ ਕਹਿ ਸਕਦਾ, ਇਹ ਤਾਂ ਉਹਨਾਂ ਦੀ ਸੋਚ ਆ ਵੀ ਇੱਥੇ ਕਿਉਂ ਆਏ ਨੇ। ਪਰ ਕਿਤੇ ਨਾ ਕਿਤੇ ਪਤਾ ਸੀ ਤੁਹਾਨੂੰ ਕਿ ਐਤਕੀ ਇੱਥੋਂ ਆਉਣਗੇ, ਕੋਈ ਕਾਊਂਟਰ ਪਲਾਨ ਤਿਆਰ ਕੀਤਾ ਹੋਇਆ ਸੀ? ਕੋਈ ਕਾਊਂਟਰ ਪਲਾਨ ਦੀ ਤਿਆਰੀ ਨਹੀਂ ਮੈਮ, ਬਿੱਧ ਬਣਦੀ ਆ, ਗੁਰੂ ਮਹਾਰਾਜ ਬਿੱਧ ਬਣਾਉਂਦੇ ਨੇ, ਠੀਕ ਹੈ ਨਾ। ਬਿੱਧ ਬਣਦੀ ਆ, ਕੋਈ ਨਾ ਕੋਈ ਕਾਰਨ ਹੁੰਦਾ ਉਹਦੇ ਪਿੱਛੇ, ਠੀਕ ਹੈ ਨਾ। ਤੇ ਕਾਰਨ ਇੱਥੇ ਇਹਦੇ ਪਿੱਛੇ ਮੈਂ ਹੋਊਂਗਾ, ਠੀਕ ਹੈ ਨਾ, ਮੇਰਾ ਪਰਿਵਾਰ, ਮੇਰਾ ਕੀਤੇ ਹੋਏ ਕੰਮ, ਠੀਕ ਹੈ ਨਾ। ਆਪਾਂ ਕਹਿਣੇ ਆ ਨਾ ਬਦਲਾ ਬਦਲਾ ਬਦਲਾ, ਮੈਂ ਦੇਖੂੰਗਾ ਵੀ ਲੋਕ ਹੁਣ ਬਦਲਾ ਲੈ ਕੇ ਆ ਰਹੇ ਨੇ ਕਿ ਨਹੀਂ। ਇੱਕ ਲੀਡਰ ਨੂੰ ਕਲੀਅਰ ਹੋਊਗਾ ਵੀ ਉਹਦੇ ਕੰਮਾਂ ਦੀ ਵੈਲਿਊ ਪੈਂਦੀ ਹੈ ਕਿ ਨਹੀਂ। ਇੱਕ ਬੰਦਾ 5 ਸਾਲ ਕੰਮ ਕਰ ਰਿਹਾ, ਲਾਸਟ 'ਚ ਆ ਕੇ ਕੋਈ ਬੰਦਾ ਸੈਲੀਬ੍ਰਿਟੀ ਆ ਜੇ ਤੇ ਉਹ ਫਿਰ ਚਲਾ ਜਾਵੇ, ਕਿ ਲੋਕ ਉਹਨੂੰ ਪਸੰਦ ਕਰਨਗੇ ਜਾਂ ਕੰਮ ਵਾਲੀ ਪਸੰਦ ਕਰਨਗੇ। ਇਹ ਤਾਂ ਜਮੀ ਐਗਜ਼ਾਮਪਲ ਸਾਰਿਆਂ ਦੇ ਸਾਹਮਣੇ ਆ ਜਾਣੀ ਆ ਵੀ ਲੋਕ ਕੰਮ ਨੂੰ ਵੋਟ ਪਾਉਂਦੇ ਨੇ ਜਾਂ ਸੈਲੀਬ੍ਰਿਟੀ ਨੂੰ ਵੋਟ ਪਾਉਂਦੇ ਨੇ। ਤਾਂ ਪਿਛਲੀ ਵਾਰ ਵੀ ਬੜੇ ਕਲੋਜ਼ ਮਾਰਜਨ ਤੋਂ ਜਿੱਤੇ ਸੀ ਤੁਸੀਂ। ਮੇਰਾ ਕਿਹੜਾ ਕੋਈ ਬੈਕਗਰਾਊਂਡ ਆ ਜੀ ਪੋਲੀਟੀਕਲੀ, ਮੈਂ ਕਿਹੜਾ ਕੋਈ ਬਾਹਲੇ ਤਜਰਬੇ ਵਾਲਾ ਬੰਦਾ ਜੀ। ਆਪ ਇੱਕ ਨੌਜਵਾਨ ਨੇ ਰਾਹ ਚੁਣਿਆ ਜੀ, ਠੀਕ ਹੈ ਨਾ। ਕਿਹੜਾ ਕੋਈ ਜ਼ਿਆਦਾ ਤਜਰਬਾ ਸੀਗਾ ਜਾਂ ਕੁਛ ਸੀ। ਉਦੋਂ ਵੀ ਬੜੀ ਹਨੇਰੀ ਸੀ ਸਾਡੇ ਏਰੀਏ 'ਚ, ਤਾਂ ਸਾਰਾ ਕੁਛ ਹੀ। ਆ 3 ਸੀਟਾਂ ਜਿਹੜੀਆਂ ਇੱਧਰਲੀਆਂ ਸੀ ਇਹਨਾਂ ਨੇ ਜਿੱਤੀਆਂ। ਫਿਰ ਵੀ ਉਹਦੇ 'ਚੋਂ ਨਿਕਲਣਾ, ਠੀਕ ਹੈ ਨਾ, ਮਿਹਨਤ ਕਰਨਾ, ਉਹਦੇ 'ਚੋਂ ਨਿਕਲਣਾ। ਤੇ ਮੇਰੇ ਪਰਿਵਾਰ ਨੇ, ਧੂਰੀ ਪਰਿਵਾਰ ਨੇ ਮੇਰਾ ਸਾਥ ਦਿੱਤਾ ਤੇ ਐਤਕੀ ਵੀ ਦੇਣਗੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਜਿਵੇਂ ਤੁਸੀਂ ਆਪ ਵੀ ਕਹਿੰਦੇ ਹੋ ਸਿਰਫ ਧੁਰੀ ਦਾ ਪਰਿਵਾਰ, ਧੁਰੀ ਵਾਲੇ ਲੋਕ ਤੁਹਾਡੇ ਨਾਲ ਹੈ, ਪਰ ਉਹਨਾਂ ਨਾਲ ਸਾਰਾ ਪੰਜਾਬ ਹੈ, ਬੜੀ ਵੱਡੀ ਫੈਨ ਫੋਲੋਇੰਗ ਲਈ ਫਿਰਦੇ ਆ। ਤੁਹਾਨੂੰ ਕਿਤੇ ਨਾ ਕਿਤੇ ਇਹਦੇ ਬਾਰੇ ਕੁਝ ਸੋਚਿਆ? ਨਹੀਂ, ਸਾਡਾ ਵੀ ਪਰਿਵਾਰ ਬਹੁਤ ਵੱਡਾ ਜੀ। ਕਾਂਗਰਸ ਪਰਿਵਾਰ ਕਿਤੇ ਛੋਟਾ ਜੀ, ਤੇ ਮੇਰਾ ਆਪਦਾ ਪਰਿਵਾਰ ਬਹੁਤ ਵੱਡਾ ਜੀ। ਮੈਂ ਤਾਂ ਯੂਨੀਵਰਸਿਟੀ ਸਟੂਡੈਂਟ ਰਿਹਾ ਜੀ, ਮੈਂ ਤਾਂ SD ਕਾਲਜ ਚੰਡੀਗੜ੍ਹ ਪ੍ਰੈਜ਼ੀਡੈਂਟ ਰਿਹਾ ਜੀ, ਮੈਂ ਤਾਂ ਉਰੇ ਖੇਡਿਆ ਜੀ, ਇੱਥੇ ਪੜ੍ਹਿਆ ਜੀ। ਬਹੁਤ ਸਾਰੀਆਂ ਚੀਜ਼ਾਂ ਮੇਰੇ ਨਾਲ ਵੀ ਬਹੁਤ ਪੋਜ਼ਿਟਿਵ ਨੇ। ਮੇਰੇ ਨਾਲ ਵੀ NRI ਭਰਾ ਬਹੁਤ ਨੇ ਜੀ, ਹਰੇਕ ਜਗ੍ਹਾ 'ਤੇ ਹੀ। ਸਾਰੇ ਮੇਰੇ ਨਾਲ ਪੜ੍ਹ ਕੇ ਸਾਰੇ ਬਾਹਰ ਹੀ ਗਏ ਹੋਏ ਨੇ ਜੀ। ਇਹ ਤਾਂ ਆਉਣ ਵਾਲੇ ਦਿਨ ਦੱਸਣਗੇ ਨਾ ਜੀ ਵੀ ਕੀ ਚੱਲਦਾ। ਮੈਨੂੰ ਪਤਾ ਉਹ ਆਪਦੀ ਸਾਰੀ ਤਾਕਤ ਝੋਕਣਗੇ। ਪੈਸਾ ਵੀ CM ਫੇਸ 'ਤੇ ਹੈਗਾ ਹੀ ਹੈ ਜੀ, ਸਾਰੇ ਪਾਸਿਓਂ ਇਹਨਾਂ ਕੋਲੇ ਆਊਗਾ। IT ਸੈੱਲ ਵੀ ਇਹਨਾਂ ਕੋਲੇ ਬੜੇ ਤਕੜੇ ਨੇ, ਸਾਰਾ ਕੁਛ ਹੈਗਾ। ਪਰ ਮੇਰੇ ਨਾਲ ਗੁਰੂ ਮਹਾਰਾਜ ਨੇ, ਮੇਰੇ ਨਾਲ ਮੇਰਾ ਪਰਿਵਾਰ ਆ, ਮੇਰੇ ਨਾਲ ਮੇਰੇ ਉਹ ਬੰਦੇ ਨੇ ਜਿਹੜੇ ਪਹਿਲੇ ਦਿਨ ਤੋਂ ਮੇਰੇ ਨਾਲ ਨੇ ਤੇ ਅੱਜ ਵੀ ਮੇਰੇ ਨਾਲ ਉਵੇਂ ਹੀ ਖੜੇ ਨੇ, ਮੇਰੀ ਤਾਕਤ। ਤੁਸੀਂ ਥੋੜੇ ਦਿਨ ਪਹਿਲਾਂ ਕਿਹਾ ਸੀ ਕਿ ਜੇ ਆਮਣਾ ਸਾਹਮਣਾ ਹੋ ਗਿਆ, ਸਾਹਮਣੇ ਭਗਵੰਤ ਮਾਨ ਨੂੰ ਬਿਠਾ ਦਈਏ ਤੇ ਤੁਹਾਡੇ ਨਾਲ ਗੱਲਬਾਤ ਹੋਵੇ, ਤਾਂ ਕੀ ਗੱਲਬਾਤ ਕਰੋਗੇ? ਗੱਲਬਾਤ ਕੰਮਾਂ 'ਤੇ ਹੀ ਹੁੰਦੀ ਹੈ ਜੀ। ਦੇਖੋ, MLA ਕਾਹਦੇ ਵਾਸਤੇ ਚੁਣਦੇ ਨੇ ਬੰਦੇ? ਡਿਵੈਲਪਮੈਂਟ ਵਾਸਤੇ। MLA ਕਿਉਂ ਚੁਣਿਆ ਜਾਂਦਾ? ਵੀ ਉਹ ਏਰੀਆ ਦੀ ਡਿਵੈਲਪਮੈਂਟ ਕਰੂਗਾ। ਤੇ ਇਹ ਮੈਂਬਰ ਪਾਰਲੀਮੈਂਟ ਨੇ, ਇਹ ਆਪਦਾ ਰਿਕਾਰਡ ਚੱਕ ਲਿਆਉਣ ਵੀ ਅਸੀਂ ਨੇ 7 ਸਾਲਾਂ 'ਚ ਧੂਰੀ ਨੂੰ ਕੀ ਦਿੱਤਾ ਤੇ ਮੈਂ 5 ਸਾਲਾਂ 'ਚ ਧੂਰੀ ਨੂੰ ਕੀ ਦਿੱਤਾ। ਜੇ ਮੇਰੀ ਗ੍ਰਾਂਟ ਦੇ ਬਰਾਬਰ ਇਹਨਾਂ ਦੀ ਗ੍ਰਾਂਟ 10% ਵੀ ਹੋਈ, 10 ਵੀ ਮੈਂ ਜ਼ਿਆਦਾ ਹੀ ਕਹੀ ਜਾਂਦਾ, ਜੇ ਤੁਸੀਂ ਅੰਕੜੇ ਕੱਢੋਗੇ ਤਾਂ ਤੁਹਾਨੂੰ ਪਤਾ ਲੱਗੂਗਾ। ਮੈਂ ਕਹਿਣਾ ਮੈਂ ਇਲੈਕਸ਼ਨ ਵੀ ਨਹੀਂ ਲੜਦਾ, ਮੈਂ ਇਲੈਕਸ਼ਨ ਵੀ ਨਹੀਂ ਲੜਦਾ। ਜਿੰਨੇ ਮੇਰੇ ਨਾਲ ਬਜ਼ੁਰਗਾਂ ਦੀਆਂ ਦੁਆਵਾਂ ਨੇ, ਜਿੰਨੇ ਮੈਂ ਕੰਮ ਕਰੇ ਉਹਨੇ, ਮੇਰਾ ਕਦੇ ਸੋਸ਼ਲ ਮੀਡੀਆ ਦੇਖਿਓ, ਮੈਂ ਅੱਜ ਤੱਕ ਕਦੇ ਪੇਡ ਐਡ ਨਹੀਂ ਲਾਈ ਕਦੇ ਜ਼ਿੰਦਗੀ 'ਚ। ਮੇਰਾ ਔਰਗੈਨਿਕ ਹੈ ਸਾਰਾ ਕੁਝ, ਜੋ ਵੀ ਚੀਜ਼ਾਂ ਕਰਦਾ ਤੇ ਹਰ ਇੱਕ ਚੀਜ਼ ਲੋਕਾਂ ਨਾਲ ਬਹੁਤ ਵੀ, ਜਾਣੀ ਕਿ ਇਹ ਨਹੀਂ ਹੈਗਾ ਕੋਈ ਵੀ ਐ ਜਿਵੇਂ ਪਹਿਲਾਂ ਨੇ ਗੀਤ ਜਿਹਾ ਚਲਾਇਆ ਸੀ ਨਾ, ਤੇ ਵੀ ਉਹ ਜੱਟ ਦਬਦਾ ਕਿੱਥੇ ਆ, ਤੇ ਉਹਦਾ ਰਿਪਲਾਈ ਇੱਧਰ ਵੀ ਜੱਟ ਖੁੱਤੀ ਪਾਉਣ ਨੂੰ ਦੁਬਾਰੇ ਤਿਆਰ ਆ। ਪਰਵਾਹ ਨਾ ਕਰੋ, ਹਰੇਕ ਚੀਜ਼ ਦਾ ਜਵਾਬ ਆ, ਠੀਕ ਹੈ ਨਾ। ਮੈਨੂੰ ਪਤਾ ਇਹਨਾਂ ਦੇ IT ਸੈੱਲ ਕੀ ਕਰਨਗੇ, ਬਹੁਤ ਕੁਝ ਪਤਾ ਮੈਨੂੰ, ਠੀਕ ਹੈ ਨਾ। ਪਰ ਮੈਂ ਡੀਫੇਮ ਨਹੀਂ ਕਰਨਾ, ਮੈਂ ਆਪਦੇ ਕੰਮਾਂ ਦੇ ਬਰਾਬਰ ਲੜਨਾ, ਮੈਂ ਕੰਮਾਂ ਦਾ ਕੰਪੈਰੀਜ਼ਨ ਕਰਨਾ। ਮੈਂ ਗੱਲਾਂ ਬਾਤਾਂ ਵਾਲਾ ਕੰਮ ਨਹੀਂ ਕਰਨਾ ਵੀ 4 ਚੁਟਕਲੇ ਸੁਣਾਤੇ ਜਾਂ ਕੁਛ ਹੋਰ ਕਰਤੇ। ਧੂਰੀ ਵਾਲੇ ਲੋਕ ਬੜੀ ਚੰਗੀ ਤਰ੍ਹਾਂ, ਸੰਗਰੂਰ ਵਾਲੀ, ਸਾਰੇ ਪਾਸੇ ਵਾਲੀ ਬੜਾ ਸਮਝ। ਚਲੋ ਧੂਰੀ ਛੱਡੋ, ਇਹਨਾਂ ਨੇ ਸੰਗਰੂਰ ਕੀ ਕੰਮ ਕਰਿਆ? ਇਹਨਾਂ ਨੇ ਆਪਦੀ ਕੰਸਟੀਚੁਐਂਸੀ ਕੀ ਕੰਮ ਕਰਿਆ? ਇਹਨਾਂ ਨੇ ਇਹਦੇ ਪਿੰਡ ਤੇ ਮੇਰਾ ਪਿੰਡ, ਦੋਵਾਂ ਦਾ ਕੰਪੈਰੀਜ਼ਨ ਕਰ ਲਓ। ਤੁਹਾਨੂੰ ਐਂ ਲੱਗਦਾ ਉਹ ਚੁਟਕਲੇ ਸੁਣਾ ਕੇ ਸਾਰਦੇ ਬਸ? ਬਿਲਕੁਲ। ਇਹਨਾਂ ਦੇਖੋ, ਇਹ ਤਾਂ ਔਨ ਰਿਕਾਰਡ ਕਹਿ ਰਹੇ ਆ, ਆਪਾਂ ਚੱਲਦੇ ਹਾਂ ਕੱਲ ਨੂੰ ਮੇਰੇ ਪਿੰਡ ਚੱਲਦੇ ਹਾਂ ਪੁੰਨਾਲ, ਉੱਥੇ ਦੇਖਦੇ ਹਾਂ ਵੀ 2017 ਤੋਂ ਬਾਅਦ ਮੈਂ ਕੀ ਕਰਿਆ। ਆਪਾਂ ਸਤੌਜ ਚੱਲਦੇ ਹਾਂ, ਉੱਥੇ ਦੇਖਦੇ ਹਾਂ ਵੀ 2014 ਤੋਂ ਲੈ ਕੇ 2022 ਤੱਕ ਕੀ ਕਰਿਆ। ਦੱਸੋ, ਇਹਦੇ ਨਾਲੋਂ ਵਧੀਆ ਐਗਜ਼ਾਮਪਲ ਤਾਂ ਨਹੀਂ ਕੋਈ ਹੋ ਸਕਦੀ। ਬਿਲਕੁਲ ਪਾਣੀ ਦਾ ਪਾਣੀ ਹੋ ਜਾਣੀ ਹੈ ਇਹ ਚੀਜ਼, ਬਿਲਕੁਲ ਕਲੀਅਰ ਹੋ ਜਾਣੀ ਆ। ਜੇ ਮੈਂ ਆਪਦੇ ਪਿੰਡ ਲਈ ਨਹੀਂ ਕੁਛ ਕਰ ਸਕਿਆ, ਠੀਕ ਹੈ ਨਾ, ਤੇ ਇਹ ਆਪਦੇ ਪਿੰਡ ਲਈ ਨਹੀਂ ਕੁਛ ਕਰ ਸਕਿਆ, ਫਿਰ ਇਹਦਾ ਮੈਂਬਰ ਪਾਰਲੀਮੈਂਟ ਬਣਨ ਦਾ ਕੋਈ ਹੱਕ ਨਹੀਂ।
ਮੇਰਾ ਐਮਐਲਏ ਬਣਨ ਦਾ ਕੋਈ ਹੱਕ ਨਹੀਂ। ਪਰ ਲੋਕਾਂ ਨੇ ਤਾਂ ਸਭ ਤੋਂ ਵੱਧ ਕਾਲਾਂ ਉਹਨਾਂ ਨੂੰ ਕੀਤੀਆਂ, ਕੁਛ ਨਾ ਕੁਛ ਤਾਂ ਹੋਊਗੀ ਖੂਬੀ, ਉਹਨਾਂ ਨੂੰ ਕਿਉਂ ਕਾਲਾਂ ਕੀਤੀਆਂ ਇੰਨੀਆਂ? ਇਹ ਤਾਂ ਨਾ ਜੀ ਇਹਨਾਂ ਦੀ ਸਟ੍ਰੈਟੇਜੀ ਐਡੀ ਜ਼ਬਰਦਸਤ, ਇਹ ਤਾਂ ਸਾਰੇ ਉਹ ਨੰਬਰ ਲੈ ਲੈਣਗੇ, ਉਹ ਨੰਬਰਾਂ ਤੇ ਇਹ ਮੈਸੇਜ ਕਰੇ। ਕਿਹੜੀਆਂ ਕਾਲਾਂ ਜੀ? ਉਹੀ ਦਿਖਾਤਾ ਕੀ ਕਰਿਆ ਜੀ, ਕੀ ਸੱਪ ਕੱਢਿਆ ਇਹਨਾਂ ਨੇ? ਦੂਸਰਾ ਨਾਂ ਨਵਜੋਤ ਸਿੱਧੂ ਦਾ ਕਿਉਂ ਲਿਆ ਇਹਨਾਂ ਨੇ? ਵੋਟਿੰਗ ਤਾਂ ਤੁਸੀਂ ਆਪਦੇ ਲਈ ਕਰਵਾ ਰਹੇ ਹੋ ਆਮ ਆਦਮੀ ਦੀ, ਨਾ ਤੁਸੀਂ ਨਵਜੋਤ ਸਿੱਧੂ ਦਾ ਦੇ ਰਹੇ ਹੋ। ਇਹਦੇ ਮਗਰ ਨਹੀਂ ਤੁਸੀਂ ਪਲੈਨਿੰਗ ਸਮਝਦੇ? ਬਹੁਤ ਸ਼ਾਤਰ ਬੰਦੇ ਨੇ ਜੀ ਇਹ। ਜੇ ਐਡੇ ਹੀ ਉਹ ਸੀ, ਫਿਰ ਜੇ 3 ਕਾਲੇ ਕਾਨੂੰਨ ਜਿਹੜੇ ਪਾਸ ਹੋਏ ਸੀ ਉਹਨਾਂ 'ਚੋਂ ਇਹਨਾਂ ਨੇ ਕਾਨੂੰਨ ਨੋਟੀਫਾਈ ਕਿਉਂ ਕਰੇ ਵੀ ਆਪਦੀ ਵਿਧਾਨ ਸਭਾ 'ਚ? ਦੱਸੋ ਨਾ। ਜੇ ਇੱਕ ਵੀ ਕਿਸਾਨ ਨੂੰ ਦਿੱਲੀ 'ਚ ਬਿਜਲੀ ਫ੍ਰੀ ਦਿੰਦੇ ਨੇ, ਤੁਸੀਂ ਦਿੱਲੀ ਮਾਡਲ ਕਰੀ ਜਾਂਦੇ ਹੋ, ਤੁਸੀਂ ਸੰਗਰੂਰ ਮਾਡਲ ਤੇ ਆਓ ਨਾ। ਜਿਹੜੀ ਇੱਕ ਸੀਟ ਤੁਹਾਨੂੰ ਲਗਾਤਾਰ 2 ਵਾਰ ਪੰਜਾਬ ਦੇ ਲੋਕਾਂ ਨੇ ਦਿੱਤੀ ਆ, ਉਹਦੇ 'ਚ ਤੁਸੀਂ ਨੇ ਕੀ ਕਰਿਆ? ਉਹਦੇ 'ਚ ਦਿਖਾਓ ਨਾ, ਕੋਈ ਚੀਜ਼ ਤਾਂ ਕਰੀ ਹੋਊਗੀ। ਸਾਰੀਆਂ ਚੀਜ਼ਾਂ ਨਹੀਂ ਮੈਂ ਕਹਿੰਦਾ, ਯਾਰ ਕੁਛ ਤਾਂ ਕਰਿਆ ਹੋਊਗਾ, ਉਹ ਚੀਜ਼ ਦਿਖਾ ਦੇਣ ਵੀ ਅਸੀਂ ਆਹ ਚੀਜ਼ ਕਰੀ ਆ। ਹੁਣ ਜੇ ਉਹਦੇ 'ਚ ਇਹ 4 ਕੈਮਰੇ ਲਾ ਕੇ ਦਿਖਾ ਦੇਣ ਵੀ ਅਸੀਂ ਕੈਮਰੇ ਵੰਡੇ ਨੇ, 2 ਟੇਬਲ ਵੰਡੇ ਨੇ, ਉਹ ਤਾਂ ਫਿਰ ਕੋਈ ਗੱਲਾਂ ਨਹੀਂ ਨਾ ਹੋਈਆਂ। ਜੇ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਜਿਹੜੇ ਏਰੀਏ 'ਚੋਂ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ, ਤੁਹਾਨੂੰ 2 ਵਾਰ ਉੱਥੇ ਲੋਕਾਂ ਨੇ ਮੌਕਾ ਦਿੱਤਾ, ਤਾਂ ਤੁਸੀਂ ਦਿਖਾਓ ਨਾ ਵੀ ਯਾਰ ਮੈਂ ਦੇਖੋ ਸੰਗਰੂਰ 'ਚ ਆਹ ਚੀਜ਼ਾਂ 'ਚ ਬਿਹਤਰੀ ਲੈ ਕੇ ਆਇਆ, ਮੈਂ ਆਪਦੇ ਪਿੰਡ 'ਚ ਸੁਧਾਰ ਲੈ ਕੇ ਆਇਆ, ਆਹ ਪਿੰਡ 'ਚ ਮੈਂ ਆਹ ਸੁਧਾਰ ਲੈ ਕੇ ਆਇਆ। ਮੈਂ ਤਾਂ ਤੁਹਾਨੂੰ ਸਿੱਧਾ ਕਹਿਤਾ ਵੀ ਮੇਰੇ ਪਿੰਡ 'ਚ ਜਾ ਕੇ ਦੇਖੋ ਤੇ ਇਹਦੇ ਪਿੰਡ 'ਚ ਜਾ ਕੇ ਦੇਖੋ। ਜੇ ਤਾਂ ਇਹਦੇ ਕੋਲੇ 2014 ਤੋਂ ਲੈ ਕੇ ਦਾ ਟਾਈਮ ਆ, ਮੇਰੇ ਕੋਲੇ 2017 ਤੋਂ ਲੈ ਕੇ ਦਾ ਟਾਈਮ ਆ, ਦੋਨੇ ਟਾਈਮ ਤੇ ਦੋਨਾਂ 'ਚ ਤੁਸੀਂ ਦੇਖ ਲਓ ਵੀ ਕੀ ਕੰਮ ਹੋਏ ਨੇ। ਐਜ਼ ਐਮਪੀ ਭਗਵੰਤ ਮਾਨ ਨੂੰ ਕਿਵੇਂ ਦੇਖਦੇ ਹੋ ਤੁਸੀਂ? ਜੀ ਛੱਡੋ, ਆਪਾਂ ਬਾਹਲੀ ਉਹਨਾਂ ਦੀ ਕੀ ਗੱਲ ਕਰੀ ਜਾਣੀ ਆ। ਆਪਾਂ ਤਾਂ ਆਪਦੀਆਂ ਦੇਖੀਏ ਵੀ ਆਪਾਂ ਵਿਧਾਨ ਸਭਾ ਚੋਣਾਂ ਕਿਵੇਂ ਲੜਨੀਆਂ ਨੇ। ਐਜ਼ ਆ ਐਮਪੀ ਗ੍ਰਾਂਟਾਂ ਤੁਹਾਡੇ ਕੋਲੇ ਹੁੰਦੀਆਂ ਨੇ ਜੀ, ਤੁਹਾਨੂੰ ਕੰਮ ਕਰਨਾ ਚਾਹੀਦਾ। ਲੋਕ ਲੀਡਰ ਤਾਂ ਬਣਾਉਂਦੇ ਨੇ ਕਿ ਉਹਨਾਂ ਨੂੰ ਬਹੁਤ ਉਮੀਦਾਂ ਹੁੰਦੀਆਂ ਨੇ, ਪਰ ਮੈਨੂੰ ਨਹੀਂ ਲੱਗਦਾ ਕਿ ਉਸ ਤਰੀਕੇ ਨਾਲ ਇਹ ਆਪਦੀ ਜ਼ਿੰਮੇਵਾਰੀ ਨਿਭਾ ਸਕੇ ਨੇ। ਸਿਰਫ ਉੱਥੇ ਆਪਣੇ ਸੈਸ਼ਨ ਸੰਸਦ 'ਚ ਬੋਲਣਾ ਤੇ ਗਰਾਊਂਡ ਹਕੀਕਤ ਤੇ ਕੰਮ ਕਰਨਾ, ਇਹ ਦੋਵੇਂ ਚੀਜ਼ਾਂ 'ਚ ਬਹੁਤ ਫਰਕ ਆ। ਤੁਸੀਂ ਕਿਹਾ ਨਾ ਵੀ ਤੁਹਾਨੂੰ ਕਹਿੰਦੇ ਨੇ ਵੀ ਤੁਸੀਂ ਕੰਮ ਘੱਟ ਕਰੇ ਨੇ। ਜੇ ਮੈਂ ਕੁਛ ਕਰਿਆ ਤਾਂ ਹੀ ਕੋਈ ਨਾ ਕੋਈ ਸਵਾਲ ਆਣਾ। ਜੇ ਮੈਂ ਕੁਛ ਕਰਿਆ ਹੀ ਨਾ ਹੁੰਦਾ, 5 ਸਾਲਾਂ ਬਾਅਦ ਮੈਂ ਵੀ ਚੰਡੀਗੜ੍ਹੋਂ ਰਿਹਾ ਕਿ ਇਲੈਕਸ਼ਨ ਲੜਦਾ, ਤਾਂ ਮੇਰੇ ਤੇ ਵੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ, ਕਿਉਂਕਿ ਉਹ ਵੀ ਨਵਾਂ ਸੀ, ਮੈਂ ਵੀ 5 ਸਾਲਾਂ ਬਾਅਦ ਚਿਹਰਾ ਦਿਖਾ ਰਿਹਾ ਸੀ। ਤੁਸੀਂ ਦੇਖੋ, ਤੁਸੀਂ ਕਹਿਣੇ ਹੋ ਵੀ ਤੁਸੀਂ ਬਦਲਾਅ ਕਰਨਾ। ਇੱਕ ਬੰਦਾ 5 ਸਾਲ ਕੰਮ ਕਰ ਰਿਹਾ, ਇੱਕ ਬੰਦਾ ਇੱਕਦਮ ਅਕਾਲੀ ਦਲ ਵਾਲੇ ਵੀ ਇੱਕਦਮ ਬੰਦੇ ਲਿਆ ਦੇਣੇ। ਕੀ ਇਨਸਾਫੀ ਹੈ ਇਹ? ਕੀ ਅਕਾਲੀ ਦਲ ਦੇ ਵਰਕਰਾਂ ਨਾਲ ਇਨਸਾਫ ਹੈ ਇਹ? ਕੀ ਆਮ ਆਦਮੀ ਦੇ ਵਰਕਰਾਂ ਨਾਲ ਇਨਸਾਫ ਹੈ ਇਹ? ਠੀਕ ਹੈ ਨਾ ਜੀ। ਕੀ ਤੁਸੀਂ ਇਹ, ਮੈਨੂੰ ਤਾਂ ਲੱਗਦਾ ਨਹੀਂ ਕਿ ਇਹ ਬਹੁਤਾ ਵਧੀਆ ਆਪਾਂ ਕੋਈ ਚੀਜ਼ ਕਰ ਰਹੇ ਹਾਂ। ਤੇ ਦੇਖਿਓ ਤਾਂ ਸੀ, ਮੈਨੂੰ ਪੂਰਨ ਵਿਸ਼ਵਾਸ ਆ ਜੀ, ਮੈਂ ਬੜੇ ਹੌਂਸਲੇ 'ਚ ਹਾਂ। ਠੀਕ ਹੈ ਨਾ। ਲੋਕਾਂ ਦੀ ਕਚਹਿਰੀ ਆ, ਲੋਕਾਂ ਨੇ ਜੋ ਫੈਸਲਾ ਕਰਨਾ, ਮੈਨੂੰ ਮੇਰੇ ਜਵਾਬ ਮਿਲ ਜਾਣਗੇ। ਠੀਕ ਹੈ ਨਾ ਜੀ, ਇਹਨਾਂ ਨੂੰ ਇਹਨਾਂ ਦੇ ਜਵਾਬ ਮਿਲ ਜਾਣਗੇ। ਜੇ ਆਪਾਂ ਬੱਬੂ ਮਾਨ ਦੀ ਗੱਲ ਕਰੀਏ, ਬੱਬੂ ਮਾਨ ਦੇ ਤੁਸੀਂ ਵੀ ਬੜੇ ਚਹੀਤੇ ਹੋ, ਉਧਰੋਂ ਭਗਵੰਤ ਮਾਨ ਵੀ ਬਹੁਤ ਚਹੀਤੇ ਆ। ਤੁਹਾਨੂੰ ਕੀ ਲੱਗਦਾ ਐਤਕੀ ਕਿਹਦੇ ਨਾਲ ਖੜਨਗੇ? ਉਹ ਇੰਨੀ ਕੁ ਦੋਸਤੀ ਹੈਗੀ ਤੁਹਾਡੀ? ਦੇਖੋ, ਇਹ ਕੰਮ 'ਚ ਨਹੀਂ ਮੈਂ ਉਹਨਾਂ ਨੂੰ ਖਿੱਚਣਾ ਚਾਹੁੰਦਾ। ਉਹ ਰਾਜਨੀਤਿਕ ਬੰਦੇ ਤਾਂ ਹੈ ਨਹੀਂ, ਉਹ ਤਾਂ ਇੱਕ ਕਲਾਕਾਰ ਨੇ। ਠੀਕ ਹੈ ਨਾ ਜੀ। ਤੇ ਬੰਦੇ ਮੇਰੇ ਤਾਂ ਵੱਡੇ ਭਰਾ ਨੇ, ਦੋਸਤ ਵੀ ਛੱਡੋ। ਤੇ ਮੈਂ ਜੇ ਉਹਨਾਂ ਨੂੰ ਚੰਗਾ ਲੱਗੂਗਾ ਤਾਂ ਉਹ ਜ਼ਰੂਰ ਮੇਰੀ ਮਦਦ ਕਰਨਗੇ, ਤੇ ਜੇ ਉਹਨਾਂ ਨੂੰ ਚੰਗਾ ਲੱਗੂਗਾ ਤਾਂ ਉਹ ਭਗਵੰਤ ਮਾਨ ਦੀ ਮਦਦ ਕਰਨਗੇ। ਇਹ ਤਾਂ ਉਹਨਾਂ ਤੇ ਡਿਪੈਂਡ ਕਰਦਾ, ਇਹ ਉਹਨਾਂ ਤੇ ਡਿਪੈਂਡ ਕਰਦਾ। ਐਤਕੀ ਕੀ ਲੱਗਦਾ ਪ੍ਰਚਾਰ ਲਈ ਕਿਹਨੂੰ ਬੁਲਾਉਂਗੇ? ਸਿੱਧੂ ਮੂਸੇਵਾਲਾ ਹੈ, ਸੋਨੂ ਸੂਦ ਹੈ, ਬੜੇ ਕਲਾਕਾਰ ਹੈ। ਤੁਸੀਂ ਕਿਹਦੇ ਨਾਲ ਖੜੇ ਹੋ ਐਤਕੀ? ਆਈ ਮੀਨ ਕੌਣ ਆਊਗਾ ਤੁਹਾਡੇ ਨਾਲ? 2017 'ਚ ਨਾ ਜੀ ਕੋਈ ਸਿੰਗਰ ਇਹੋ ਜਿਹਾ ਨਹੀਂ ਹੋਊਗਾ ਜਿਹੜਾ ਇਹਨਾਂ ਨੇ ਧੂਰੀ ਨਾ ਬੁਲਾਇਆ ਹੋਵੇ। ਠੀਕ ਹੈ ਨਾ। ਮੈਂ ਤਾਂ ਮੇਰੇ ਕੋਲੇ ਬਾਲੀਆਂ ਇਹੋ ਜਿਹੀਆਂ ਚੀਜ਼ਾਂ ਤਾਂ ਹੈ ਨਹੀਂ ਜੀ, ਮੇਰੀ ਝੋਲੀ 'ਚ ਤਾਂ ਕੀਤੇ ਹੋਏ ਕੰਮ ਨੇ। ਠੀਕ ਹੈ ਨਾ ਜੀ। ਬਹੁਤ ਸਾਰੇ ਬੰਦੇ ਮੇਰੀ ਕਰਨਗੇ ਮਦਦ, ਇਹੋ ਜਿਹੀ ਗੱਲ ਨਹੀਂ। ਗੋਲਡੀ, ਤੁਸੀਂ ਜੇ ਇਹਨਾਂ ਦੇ ਕਮੈਂਟ ਚੱਲ ਰਹੇ ਨੇ, ਜੇ ਤੁਸੀਂ ਉਹ ਕਮੈਂਟ ਪੜ੍ਹੋਗੇ ਤਾਂ ਤੁਹਾਨੂੰ ਮੇਰੇ ਸ਼ਾਇਦ ਆਪਾਂ ਪਹਿਲਾਂ ਨਹੀਂ ਮਿਲੇ ਜਾਂ ਆਪਾਂ ਇੱਕ ਦੂਸਰੇ ਬਾਰੇ ਨਹੀਂ ਜਾਣਦੇ ਹੋਵਾਂਗੇ, ਤਾਂ ਉਹਦੇ 'ਚੋਂ ਮੇਰੀ ਸੱਚਾਈ ਸਾਰਿਆਂ ਦੇ ਸਾਹਮਣੇ ਆ ਜੂਗੀ। ਤਾਂ ਕੋਈ ਇਹੋ ਜਿਹੀ ਗੱਲ ਨਹੀਂ। ਇਹ ਤਾਂ ਪ੍ਰਚਾਰ ਪ੍ਰਚੂਰ ਤਾਂ ਜੀ ਸਾਡੀ ਪਾਰਟੀ ਜਿਹਦੀ ਡਿਊਟੀ ਲਾਊਗੀ ਉਹ ਆ ਜਾਣਗੇ ਜੀ, ਇਹਨਾਂ ਦੀ ਪਾਰਟੀ ਜਿਹਦੀ ਡਿਊਟੀ ਲਾਊਗੀ ਉਹ ਆ ਜਾਣਗੇ। ਤੁਸੀਂ ਕਿਹਨੂੰ ਚਾਹੁੰਦੇ ਹੋ? ਇੱਧਰੋਂ ਸਿੱਧੂ ਮੂਸੇਵਾਲਾ ਹੈ, ਫਿਰ ਸਿੱਧੂ ਸਾਹਿਬ ਆਪ ਨੇ, ਸੋਨੂ ਸੂਦ ਹੋ ਗਿਆ, ਤੁਸੀਂ ਕਿਹਨੂੰ ਚਾਹੁੰਦੇ ਹੋ? ਦੇਖੋ, ਇਹ ਤਾਂ ਪਾਰਟੀ ਨੇ ਦੇਖਣਾ ਜੀ ਕਿੱਥੇ ਕਿਹਨੂੰ ਭੇਜਣਾ।
ਤੇ ਮੇਰੇ ਵੱਲੋਂ ਤਾਂ ਸਾਰਿਆਂ ਨੂੰ ਖੁੱਲ੍ਹਾ ਜੀ ਆਇਆਂ ਜੀ। ਸਾਰੇ ਆਉਣ ਜੀ, ਆਪਦੇ ਭਰਾ ਦੀ ਮਦਦ ਕਰਨ। ਦੈਟਸ ਆਲ। ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਸਾਰੇ ਵਧੀਆ ਤਰੀਕੇ ਨਾਲ ਜਿਹੜੀਆਂ ਇਲੈਕਸ਼ਨਾਂ ਨੇ, ਆਪਾਂ ਸਹੀ ਬੰਦੇ ਨੂੰ ਵੋਟ ਪਾਈਏ, ਠੀਕ ਹੈ ਨਾ ਜੀ। ਕੋਈ ਵੀ ਆਪਾਂ ਅਜਿਹੀ ਭਾਸ਼ਾ ਨਾ ਵਰਤੀਏ ਜਿਹਦੇ ਨਾਲ ਕੋਈ ਇੱਕ ਦੂਸਰੇ ਨੂੰ ਠੇਸ ਪਹੁੰਚੇ। ਹੈਲਦੀ ਕੰਪੀਟੀਸ਼ਨ ਹੋਣੇ ਚਾਹੀਦੇ ਨੇ। ਤੇ ਕੋਈ ਵੀ ਅਜਿਹੀ ਚੀਜ਼, ਵੋਟ ਦਾ ਜ਼ਰੂਰ ਆਪਦਾ ਰਾਈਟ ਇਸਤੇਮਾਲ ਕਰਿਓ, ਠੀਕ ਹੈ ਨਾ ਜੀ। ਇੱਕ ਵਾਰ ਕੰਪੈਰੀਜ਼ਨ ਜ਼ਰੂਰ ਕਰ ਲਿਓ ਹਰੇਕ ਜਗ੍ਹਾ 'ਤੇ, ਕਿੱਥੇ ਵੀ ਤੁਸੀਂ ਇਲੈਕਸ਼ਨ, ਤੁਹਾਡਾ ਏਰੀਆ ਜੋ ਵੀ ਹੈਗਾ, ਉੱਥੇ ਕੰਪੈਰੀਜ਼ਨ ਜ਼ਰੂਰ ਕਰਿਓ ਕਿ ਕਿਹੜੇ ਬੰਦੇ ਨੇ ਕੰਮ ਕਰੇ ਨੇ, ਕਿਹੜੇ ਨੇ ਨਹੀਂ ਕਰੇ। ਮੈਂ ਨਹੀਂ ਕਹਿੰਦਾ ਕਿ ਤੁਸੀਂ ਮੇਰੀ ਉਹ ਵੋਟ, ਜੇ ਮੇਰੇ ਕੰਮ ਵੀ ਘੱਟ ਲੱਗਦੇ ਨੇ, ਕਿਸੇ ਦੇ ਹੋਰ ਕੰਮ ਵਧੀਆ ਲੱਗਦੇ ਨੇ, ਤਾਂ ਤੁਸੀਂ ਉਹਦੀ ਮਦਦ ਕਰੋ, ਠੀਕ ਹੈ ਨਾ। ਕੰਮ ਦੇ ਉੱਪਰ ਜਿਸ ਦਿਨ ਆਪਾਂ ਸਹੀ ਤਰੀਕੇ ਨਾਲ ਆਪਾਂ ਲੀਡਰ ਚੁਣਨ ਲੱਗ ਗਏ, ਉਸ ਦਿਨ ਜਿਹੜੀਆਂ ਸਾਰੀਆਂ ਪ੍ਰੋਬਲਮਸ ਨੇ ਉਹ ਠੀਕ ਹੋ ਜਾਣਗੀਆਂ, ਦਿੱਕਤ ਹੀ ਨਹੀਂ ਰਹਿਣੀ ਕਿਸੇ ਨੂੰ। ਤਾਂ ਇਹ ਸੀ ਸਾਡੇ ਨਾਲ ਦਲਬੀਰ ਸਿੰਘ ਗੋਲਡੀ। ਇਹਨਾਂ ਦਾ ਕਹਿਣਾ ਹੈ ਭਗਵੰਤ ਮਾਨ ਹੋ ਜੇ ਜਾਂ ਇੱਧਰੋਂ ਮੈਨੂੰ ਦੇਖ ਲਓ, ਕੰਮ ਦੋਨਾਂ ਦੇ ਕੰਪੇਅਰ ਕਰ ਲਓ ਤੇ ਦੇਖ ਲਓ ਕਿਹਨੇ ਵੱਧ ਚੜ ਕੇ ਕੰਮ ਕੀਤਾ। ਤੇ ਧੂਰੀ ਦੇ ਲੋਕ ਹਮੇਸ਼ਾ ਇਹਨਾਂ ਨਾਲ ਹੀ ਖੜੇ ਰਹੇ ਤੇ ਅੱਗੇ ਵੀ ਇਹਨਾਂ ਦਾ ਹੀ ਸਾਥ ਦੇਣਗੇ। ਬਾਕੀ ਦੇਖਦੇ ਹਾਂ ਆਉਣ ਵਾਲੇ ਟਾਈਮ 'ਚ ਕੌਣ ਜਿੱਤਦਾ ਤੇ ਕੌਣ ਕੀ ਕਰਦਾ। ਕੈਮਰਾਮੈਨ ਗੁਰਸਿਮਰਨ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ।